ਅੰਗਦ ਗੁਰੂ ਅਮਰਦਾਸ ਪੱਗ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਇਸ ਪ੍ਰਕਾਰ ਸ਼੍ਰੀ ਸਤਿਗੁਰੂ ਦੁਸ਼ਟ ਮਸੰਦਨ ਮਾਰ। ਨਿਜ ਸਿੱਖਨ ਕੋ ਸੁਖ ਦਿਓ ਬਿਗਰਤ ਪੰਥ ਸੁਧਾਰ। ਇਸ ਪ੍ਰਕਾਰ ਸ਼੍ਰੀ ਸਤਿਗੁਰੂ ਦੁਸ਼ਟ ਮਸੰਦਨ ਮਾਰ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਕਿਰਪਾ ਦਇਆ ਰਹਿਮਤ ਬਖਸ਼ਿਸ਼ ਕੀਤੀ ਹੈ। ਆਪਾਂ ਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਸਮਾਂ ਬਖਸ਼ਿਸ਼ ਕੀਤਾ ਹੈ। ਰਸਨਾ ਨੂੰ ਕਰੋ ਪਵਿੱਤਰ ਗੱਜ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਅੱਜ ਸਤਿਗੁਰੂ ਜੀ ਦੇ ਲਖਤੇ ਜਿਗਰ ਮਹਾਨ ਸ਼ਹੀਦ ਬਾਬਾ ਜੀ ਬਾਬਾ ਜੋਰਾਵਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਉਹਨਾਂ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਹੈ। ਭਾਈ ਸਾਹਿਬ ਜੀ ਨੇ ਗੁਰਬਾਣੀ ਕੀਰਤਨ ਜਦੋਂ ਆਰੰਭ ਕੀਤਾ ਤੇ ਸ਼ਬਦ ਆਪ ਜੀ ਨੂੰ ਸਰਵਣ ਕਰਾਇਆ, ਪੂਤਾ ਮਾਤਾ ਕੀ ਆਸੀਸ। ਨਿਮਖ ਨਾ ਬਿਸਰਹੁ ਤੁਮਕੋ ਹਰ ਹਰ ਸਦਾ ਭਜਹੁ ਜਗਦੀਸ਼। ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੋਤਰੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣ ਕੇ ਇਸ ਸੰਸਾਰ ਵਿੱਚ ਜਨਮ ਲੈਣਾ ਸਾਧ ਸੰਗਤ ਜੀ ਕੋਈ ਛੋਟੀ ਗੱਲ ਨਹੀਂ ਹੈ। ਗੁਰੂ ਦੇ ਬਿੰਦੀ ਪੁੱਤਰ ਹੋਣਾ ਇਹ ਆਮ ਵਿਅਕਤੀ ਆਮ ਮਨੁੱਖ ਦੇ ਹਿੱਸੇ ਇਹ ਗੱਲ ਨਹੀਂ ਆਉਂਦੀ ਜੀ। ਕਈ ਜਨਮਾਂ ਦੀ ਬੰਦਗੀ ਹੋਏਗੀ ਬਾਬਾ ਜੀ ਬਾਬਾ ਜੋਰਾਵਰ ਸਿੰਘ ਜੀ ਦੀ, ਜਿਹੜਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ ਪੁੱਤਰ ਬਣ ਕੇ ਜਨਮ ਲਿਆ ਜੀ। ਆਨੰਦਪੁਰ ਸਾਹਿਬ ਵਿੱਚ ਉਹਨਾਂ ਦਾ ਜਨਮ ਅਸਥਾਨ ਹੈ। ਜਦੋਂ ਤੁਸੀਂ ਗੁਰਦੁਆਰਾ ਸੀਸਗੰਜ ਸਾਹਿਬ ਜਾਓ, ਆਨੰਦਪੁਰ ਸਾਹਿਬ ਸੀਸਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਪਾਸੇ ਗੁਰਦੁਆਰਾ ਗੁਰੂ ਕਾ ਮਹਿਲ ਹੈ ਜੀ। ਤੇ ਗੁਰਦੁਆਰਾ ਗੁਰੂ ਕੇ ਮਹਿਲ ਵਿੱਚ ਉਹ ਅਸਥਾਨ ਬਣਾਇਆ ਗਿਆ ਹੈ ਜਿੱਥੇ ਕਿ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋਇਆ ਸੀਗਾ ਜੀ। ਅੱਜ
ਸਤਿਗੁਰੂ ਜੀ ਦੇ ਸਾਹਿਬਜ਼ਾਦੇ ਦਾ ਜਨਮ ਦਿਹਾੜਾ ਹੈ। ਬਾਬਾ ਸ੍ਰੀ ਚੰਦ ਜੀ ਤੋਂ ਲੈ ਕੇ ਬਾਬਾ ਫਤਿਹ ਸਿੰਘ ਜੀ ਤੱਕ ਗੁਰਮੁਖੋ ਕਈ ਸਾਹਿਬਜ਼ਾਦੇ ਹੋਏ ਹਨ ਜੀ। ਥੋੜ੍ਹਾ ਜਿਹਾ ਆਪਾਂ ਨਜ਼ਰ ਮਾਰ ਲਈਏ। ਗੁਰੂ ਨਾਨਕ ਸਾਹਿਬ ਜੀ ਦੇ 2 ਸਾਹਿਬਜ਼ਾਦੇ ਹੋਏ ਹਨ। ਇੱਕ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ। ਗੁਰੂ ਅੰਗਦ ਸਾਹਿਬ ਜੀ ਦੇ 2 ਸਾਹਿਬਜ਼ਾਦੇ ਹੋਏ ਨੇ, ਬਾਬਾ ਮੋਹਣ ਜੀ ਵਾਹਿਗੁਰੂ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ। ਗੁਰੂ ਅਮਰਦਾਸ ਜੀ ਦੇ 2 ਸਾਹਿਬਜ਼ਾਦੇ ਨੇ, ਬਾਬਾ ਮੋਹਣ ਜੀ, ਬਾਬਾ ਮੋਰੀ ਜੀ। 6 ਹੋ ਗਏ ਜੀ। ਫਿਰ ਗੁਰੂ ਰਾਮਦਾਸ ਜੀ ਦੇ 3 ਸਾਹਿਬਜ਼ਾਦੇ ਨੇ, ਇੱਕ ਬਾਬਾ ਪ੍ਰਿਥੀਆ ਜੀ, ਬਾਬਾ ਮਹਾਦੇਵ ਜੀ ਤੇ ਬਾਬਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇਹ 9 ਹੋ ਗਏ ਜੀ। ਗੁਰੂ ਅਰਜਨ ਦੇਵ ਜੀ ਦਾ ਇੱਕ ਸਾਹਿਬਜ਼ਾਦਾ ਹੈ, 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਕਿੰਨੇ ਹੋ ਗਏ? 10 ਹੋ ਗਏ ਜੀ। ਫਿਰ ਗੁਰੂ ਹਰਗੋਬਿੰਦ ਸਾਹਿਬ ਦੇ 5 ਸਾਹਿਬਜ਼ਾਦੇ ਨੇ ਜੀ। ਬਾਬਾ ਸੂਰਜਮਲ ਜੀ, ਬਾਬਾ ਪਹਿਲਾਂ ਬਾਬਾ ਗੁਰਦਿੱਤਾ ਜੀ, ਫਿਰ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਔਰ ਬਾਬਾ ਅਟਲ ਰਾਏ ਸਾਹਿਬ ਜੀ, ਫਿਰ ਗੁਰੂ ਤੇਗ ਬਹਾਦਰ ਸਾਹਿਬ। 15 ਹੋ ਗਏ ਜੀ। ਫਿਰ ਜੇ ਆਪਾਂ ਗੁਰੂ ਹਰ ਰਾਏ ਸਾਹਿਬ ਜੀ ਦੀ ਗੱਲ ਕਰੀਏ, ਗੁਰੂ ਹਰ ਰਾਏ ਸਾਹਿਬ ਜੀ ਦੇ 2 ਸਾਹਿਬਜ਼ਾਦੇ ਨੇ, ਇੱਕ ਬਾਬਾ ਰਾਮ ਰਾਏ ਸਾਹਿਬ ਜੀ ਤੇ ਦੂਸਰੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਇਹ ਕੁੱਲ 17 ਹੋ ਗਏ ਜੀ। ਤੇ 9ਵੇਂ ਪਾਤਸ਼ਾਹ ਦਾ ਇੱਕ ਸਾਹਿਬਜ਼ਾਦਾ ਜੀ, ਗੁਰੂ ਗੋਬਿੰਦ ਸਿੰਘ ਸਾਹਿਬ। ਲਗਭਗ 18 ਹੋ ਗਏ ਜੀ। ਇਹ 18 ਸਾਹਿਬਜ਼ਾਦੇ ਨੇ। 18 ਵਿੱਚੋਂ ਇੱਕ ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ। 5 ਗੁਰੂ ਹੋਏ। 18 ਵਿੱਚੋਂ 5 ਕੱਢੇ, ਕਿੰਨੇ ਰਹਿ ਗਏ? 13 ਸਾਹਿਬਜ਼ਾਦੇ ਨੇ ਜੀ ਗੁਰੂ ਘਰ ਵਿੱਚ, ਜਿਨ੍ਹਾਂ ਨੂੰ ਸਾਹਿਬਜ਼ਾਦੇ ਕਿਹਾ ਜਾਂਦਾ ਜੀ। ਹੁਣ ਉਹਨਾਂ 13 ਤੋਂ ਬਾਅਦ ਫਿਰ ਅੱਗੇ 4 ਸ਼ੁਰੂ ਹੁੰਦੇ ਜੀ। ਬਾਬਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ। 13 ਉਹ ਨੇ ਤੇ ਗੁਰਮੁਖੋ 4 ਇਹ ਨੇ ਜੀ। ਕਿੰਨੇ ਹੋ ਗਏ? 17 ਜੀ। 17 ਸਾਹਿਬਜ਼ਾਦੇ ਨੇ, ਪਰ 17 ਵਿੱਚੋਂ ਅਰਦਾਸ ਵਿੱਚ ਕੇਵਲ 4 ਨੂੰ ਯਾਦ ਕੀਤਾ ਜਾਂਦਾ ਜੀ, ਬਹੁਤਿਆਂ ਨੂੰ ਨਹੀਂ ਕੀਤਾ ਜਾਂਦਾ। 5 ਪਿਆਰਿਆਂ, 4 ਸਾਹਿਬਜ਼ਾਦਿਆਂ, ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਅਸੀਂ ਵਾਹਿਗੁਰੂ ਬੋਲਦੇ ਹਾਂ। ਠੀਕ ਹੈ, ਅਰਦਾਸੀਆ ਜਦੋਂ ਅਰਦਾਸ ਕਰਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕੀ ਬੋਲ ਰਿਹਾ। ਕਈ ਵਾਰੀ ਤਾਂ ਜਦੋਂ ਅਰਦਾਸੀਆ ਸਿੰਘ ਕਹਿੰਦਾ ਹੈ ਨਾ, ਬੋਲੋ ਜੀ ਵਾਹਿਗੁਰੂ ਤੇ ਮੈਨੂੰ ਮਾਫ ਕਰਿਓ, ਉਹਦੇ ਮਗਰ ਵਾਹਿਗੁਰੂ ਬੋਲਣ ਵਾਲੇ ਬੜੇ ਥੋੜੇ ਹੁੰਦੇ ਜੇ। ਪਹਿਲਾਂ ਗੱਜ ਕੇ ਬੋਲਦੇ ਹੁੰਦੇ ਸੀ, ਹੁਣ ਅਰਦਾਸ ਵਿੱਚ ਮਗਰ ਵਾਹਿਗੁਰੂ ਬੋਲਦੇ ਹਾਂ ਵੀ ਸਾਡੇ ਬੰਦਿਆਂ ਨੂੰ ਸੰਗ ਆਉਣ ਲੱਗ ਪਈ ਜੀ। ਸੰਗ ਆਉਣ ਲੱਗ ਪਈ ਵੀ ਮਗਰ ਵਾਹਿਗੁਰੂ ਬੋਲੀਏ। ਪਰ 4 ਸਾਹਿਬਜ਼ਾਦਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਹਰ ਸਿੱਖ ਹਰ ਰੋਜ਼ ਸਾਹਿਬਜ਼ਾਦਿਆਂ ਨੂੰ ਯਾਦ ਕਰਦਾ ਜੀ। ਹਰ ਸਿੱਖ ਹਰ ਰੋਜ਼ ਅਰਦਾਸ ਵਿੱਚ ਸਾਹਿਬਜ਼ਾਦਿਆਂ ਨੂੰ ਯਾਦ ਕਰਦਾ। ਬੇਅੰਤ ਸਥਾਨਾਂ ਦੇ ਉੱਤੇ ਅਰਦਾਸ ਬੇਨਤੀ ਹੁੰਦੀ ਹੈ ਤੇ ਆਪਾਂ 4 ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ। ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਸਾਹਿਬਜ਼ਾਦਿਆਂ ਦਾ ਨਾਮ ਲਿਆ ਜਾਂਦਾ ਜੀ। ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ ਤੇ ਸਾਹਿਬ ਫਤਿਹ ਸਿੰਘ ਜੀ। ਦਲਾਂ ਪੰਥਾਂ ਵਿੱਚ ਵੀ ਜਦੋਂ ਅਰਦਾਸ ਹੁੰਦੀ ਹੈ ਇਹਨਾਂ ਸਾਹਿਬਜ਼ਾਦਿਆਂ ਦੇ ਨਾਮ ਲਏ ਜਾਂਦੇ ਨੇ ਜੀ। ਇਹਨਾਂ ਦੀ ਕਮਾਈ ਵੱਡੀ ਹੈ ਜੀ। ਕੁਦਰਤੀ ਹੈ ਕਿ ਦਸੰਬਰ ਦੇ ਮਹੀਨੇ ਵਿੱਚ ਨਾਲ ਹੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੁੰਦਾ ਜੀ, ਤੇ ਸਰਦੀਆਂ 'ਚ ਸਾਹਿਬਜ਼ਾਦਿਆਂ ਨੂੰ ਚੇਤਾ ਕਰਦੇ ਜੀ।
ਕਈ ਵਾਰੀ ਸਾਰੀ ਸਾਰੀ ਸਾਲ ਕੋਈ ਸਾਹਿਬਜ਼ਾਦਿਆਂ ਦੀ ਕਥਾ ਨਾ ਸੁਣਦਾ ਤੇ ਨਾ ਹੀ ਸੁਣਾਉਂਦਾ ਜੀ। ਪਰ ਅੱਜ ਧੰਨ ਬਾਬਾ ਜੀ, ਬਾਬਾ ਜੋਰਾਵਰ ਸਿੰਘ ਜੀ ਦਾ ਸਾਧ ਸੰਗਤ ਜੀ ਜਨਮ ਦਿਹਾੜਾ ਹੈ। ਮਾਤਾ ਜੀਤੋ ਜੀ ਦੇ ਗ੍ਰਹਿ ਵਿਖੇ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦਾ ਜਨਮ ਹੋਇਆ ਜੀ। ਤੇ ਆਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਦਾ ਸਫ਼ਰ ਕੋਈ ਬਹੁਤਾ ਵੱਡਾ ਨਹੀਂ, ਪਰ ਗੁਰਮੁਖੋ ਸਾਰੀ ਸਿੱਖੀ ਜਿਹੜੀ ਹੈ ਨਾ ਉਹ ਇਸ ਸਫ਼ਰ ਉੱਤੇ ਟਿਕ ਗਈ ਜੀ। ਆ ਕੇ ਜੀ ਅੱਜ ਬਾਬਿਆਂ ਦਾ ਬੜਾ ਵੱਡਾ ਪ੍ਰਤਾਪ ਹੈ। ਜਿੰਨੇ ਵੱਡੇ ਲੈਵਲ ਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਉਸੇ ਪ੍ਰਕਾਰ ਨਾਲ ਸਾਹਿਬਜ਼ਾਦਿਆਂ ਦਾ ਜਨਮ ਦਿਹਾੜਾ ਵੀ ਮਨਾਉਣਾ ਚਾਹੀਦਾ ਹੈ ਜੀ। ਬਹੁਤ ਵੱਡਾ ਤੇਜ ਪ੍ਰਤਾਪ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦਾ ਸੀਗਾ ਜੀ। ਫਿਰ ਬੇਨਤੀ ਕਰ ਦੇਣਾ, ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ ਪੁੱਤ ਬਣ ਕੇ ਪੈਦਾ ਹੋਣਾ ਸੌਖੀ ਗੱਲ ਨਹੀਂ ਹੈਗੀ ਜੀ। ਪੁੱਤ ਬਣ ਕੇ ਪੈਦਾ ਹੋਣਾ, ਧਰਮ ਦੇ 7 ਫਲ ਨੇ ਜੀ। ਜੇ ਪਿਛਲੇ ਜਨਮਾਂ 'ਚ ਤੁਸੀਂ ਧਰਮ ਕਮਾਇਆ ਨਾ, 7 ਫਲ ਗ੍ਰੰਥਾਂ ਵਿੱਚ ਲਿਖੇ ਆ। ਉਹ 7 ਫਲਾਂ ਤੋਂ ਪਤਾ ਲੱਗਦਾ ਕਿ ਇਸ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਧਰਮ ਕਮਾਇਆ ਜੀ। ਪਹਿਲਾਂ ਹੀ ਲਿਖਿਆ, ਸ਼ੁਭ ਕੁਲ, ਸੁੰਦਰ ਸਰੂਪ ਤਨ, ਭੋਗ ਭੂਪ ਆਪਤ, ਪੰਡਤ ਦੇ ਅਰੋਗ ਪੁੰਨ, ਧਰਮ ਜਾਨ ਫਲ ਸਤ। ਜੇ ਪਿਛਲੇ ਜਨਮਾਂ ਵਿੱਚ ਧਰਮ ਕਮਾਇਆ, ਸਾਨੂੰ ਕਿਵੇਂ ਪਤਾ ਲੱਗੇ ਵੀ ਅਸੀਂ ਪਿਛਲੇ ਜਨਮਾਂ ਵਿੱਚ ਵੀ ਧਰਮ ਦੇ ਕੰਮ ਕੀਤੇ ਹੈ? ਪਿਛਲੇ ਜਨਮਾਂ ਵਿੱਚ ਵੀ ਬਾਣੀ ਪੜ੍ਹੀ ਹੈ, ਪਿਛਲੇ ਜਨਮਾਂ ਵਿੱਚ ਵੀ ਸਤਸੰਗ ਕੀਤਾ ਹੈ, ਪਿਛਲੇ ਜਨਮਾਂ ਵਿੱਚ ਵੀ ਨੇਕ ਕਰਮ ਕੀਤੇ ਹੈ। ਤੇ ਵਿਦਵਾਨਾਂ ਨੇ ਦੱਸਿਆ ਵੀ ਆਹ 7 ਗੱਲਾਂ ਜਿਹਦੇ ਜੀਵਨ ਵਿੱਚ ਹੋਣਗੀਆਂ, ਸਮਝੋ ਉਹ ਪਿਛਲੇ ਜਨਮਾਂ ਵਿੱਚ ਵੀ ਧਾਰਮਿਕ ਰਿਹਾ ਜੀ। ਸਭ ਤੋਂ ਪਹਿਲਾਂ ਚੰਗੀ ਕੁੱਲ ਵਿੱਚ ਜਨਮ ਹੋ ਜਾਣਾ ਜੀ। ਆਖੋ ਸ਼੍ਰੀ ਵਾਹਿਗੁਰੂ। ਕੁੱਲ ਕਿਹੜੀ ਚੰਗੀ ਹੈ? ਇਹ ਵੀ ਇੱਕ ਸਵਾਲ ਹੈ। ਕੁੱਲ ਕਿਹੜੀ ਚੰਗੀ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਚੋਂ ਪੁੱਛ ਲਈਏ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਮਹਾਰਾਜ ਕੁੱਲ ਕਿਹੜੀ ਚੰਗੀ ਹੈ? ਮਹਾਰਾਜ ਕਹਿੰਦੇ, ਕਬੀਰ ਸੋਈ ਕੁੱਲ ਭਲੀ, ਜਾਂ ਕੁੱਲ ਹਰ ਕੋ ਦਾਸ। ਜਿਸ ਕੁੱਲ ਵਿੱਚ ਰੱਬ ਦਾ ਦਾਸ ਸੇਵਕ ਪੈਦਾ ਹੋਇਆ ਹੋਵੇ ਨਾ, ਉਹ ਕੁੱਲ ਵਧੀਆ ਹੈ ਜੀ। ਦਾਸ ਦਾ ਅਰਥ ਹੈ ਸੇਵਾਦਾਰ। ਕੋਈ ਗੁਰੂ ਦਾ ਸੇਵਾਦਾਰ ਕਿਸੇ ਕੁੱਲ 'ਚ ਪੈਦਾ ਹੋ ਗਿਆ, ਉਹ ਕੁੱਲ ਪੂਜਨੀਕ ਹੋ ਗਈ ਜੀ, ਕੁੱਲ ਚੰਗੀ ਹੋ ਗਈ ਜੀ ਉਹ। ਪਰ ਬਾਬਾ ਜੋਰਾਵਰ ਸਿੰਘ ਜੀ ਦਾ ਕਿਸੇ ਸੇਵਕ ਦੀ ਕੁੱਲ 'ਚ ਜਨਮ ਨਹੀਂ ਹੋਇਆ, ਉਹਨਾਂ ਦਾ ਗੁਰੂ ਦੀ ਕੁੱਲ ਵਿੱਚ ਜਨਮ ਹੋਇਆ ਜੀ। ਆਖੋ ਸ਼੍ਰੀ ਵਾਹਿਗੁਰੂ। ਉਹਨਾਂ ਦਾ ਗੁਰੂ ਦੀ ਕੁੱਲ 'ਚ ਜਨਮ ਹੋਇਆ ਜੀ, ਗੁਰੂ ਦੀ ਕੁੱਲ ਵਿੱਚ ਜੀ। ਸ਼ੁਭ ਕੁੱਲ, ਸੁੰਦਰ ਸਰੂਪ ਤਨ, ਚਿਹਰਾ ਮੂਹਰਾ ਸੋਹਣਾ ਹੋਣਾ ਜੀ। ਹਾਂਜੀ, ਬੰਦੇ ਜ਼ੋਰ ਲਾਉਂਦੇ ਜੀ ਅਸੀਂ ਸੋਹਣੇ ਲੱਗੀਏ ਜੀ, ਬੜਾ ਯਤਨ ਕਰਦੇ ਸੋਹਣੇ ਲੱਗੀਏ, ਪਰ ਇੰਜ ਸੋਹਣੇ ਨਹੀਂ ਲੱਗਿਆ ਜਾਂਦਾ ਜੀ। ਸੁੰਦਰਤਾਈ ਜਿਹੜੀ ਹੁੰਦੀ ਹੈ, ਸੋਹਣਾ ਚਿਹਰਾ ਹੋਰ ਹੁੰਦਾ ਜੀ। ਸੋਹਣਾ ਚਿਹਰਾ ਕਿਹੜਾ ਜੀ? ਵਾਹੋ ਵਾਹੋ ਕਰਕੇ ਸਈ ਜਨ ਸੋਹਣੇ। ਨਾਮ ਜਪਦਿਆਂ ਜਪਦਿਆਂ ਇੱਕ ਸੁੰਦਰਤਾ ਬੰਦੇ ਦੇ ਚਿਹਰੇ ਉੱਤੇ ਆਉਂਦੀ। ਸਾਧ ਸੰਗਤ ਜੀ, ਨਾਮ ਜਪਦਿਆਂ ਜਪਦਿਆਂ ਇੱਕ ਤੇ ਕਰੀਮਾ ਲਾ ਕੇ ਆਉਂਦੀ ਹੈ ਨਾ ਜੀ, ਇੱਕ ਨਾਮ ਜਪ ਕੇ ਆਉਂਦੀ ਜੀ। ਜਿਹੜੀ ਨਾਮ ਜਪ ਕੇ ਆਉਂਦੀ ਉਹ ਨੂਰ ਹੁੰਦਾ ਜੀ, ਉਹ ਨੂਰ ਹੁੰਦਾ ਜੀ। ਸ਼ੁਭ ਕੁੱਲ, ਸੁੰਦਰ ਸਰੂਪ ਤਨ, ਸੋਹਣਾ ਸਰੀਰ ਹੋਵੇ। ਜਿਹਦਾ ਚੰਗਾ ਸਰੀਰ ਹੈ, ਸੁੰਦਰਤਾ ਹੈ, ਉਹ ਵੀ ਸਮਝ ਲੈ ਵੀ ਪਿਛਲੇ ਜਨਮਾਂ ਵਿੱਚ ਇਹਨੇ ਚੰਗੇ ਕਰਮ ਕੀਤੇ ਨੇ ਜੀ। ਸਰੂਪ ਤਨ, ਭੋਗ ਭੂਪ, ਇੰਨੇ ਸੁੱਖ ਪਦਾਰਥ ਕੋਲ ਹੋਣੇ ਜਿਵੇਂ ਰਾਜਿਆਂ ਦੇ ਕੋਲ ਹੁੰਦੇ ਜੀ। ਖਾਣ ਨੂੰ ਚੰਗਾ ਹੋਣਾ, ਪਾਉਣ ਨੂੰ ਚੰਗਾ ਹੋਣਾ, ਤੇ ਸਵਾਰੀ ਚੰਗੀ ਹੋਣੀ ਜੀ। ਇਹ ਰਾਜਿਆਂ ਦੇ ਗੁਣ ਨੇ ਜੀ। ਰਾਜੇ ਖਾਂਦੇ ਵੀ ਵਧੀਆ ਜੀ,
ਪਾਉਂਦੇ ਵੀ ਵਧੀਆ ਜੀ ਤੇ ਸਵਾਰੀ ਵੀ ਵਧੀਆ ਹੁੰਦੀ ਜੀ। ਇਹ ਮੁੱਖ ਚੀਜ਼ਾਂ ਨੇ ਤਿੰਨ ਜੀ। ਇਹ ਆ ਭੋਗ, ਭੂਪ, ਆਪਤ। ਜਿਹਦੇ ਕੋਲ ਇਹ ਚੀਜ਼ਾਂ ਨੇ ਸਮਝੋ ਉਹਨੇ ਪਿਛਲੇ ਜਨਮਾਂ 'ਚ ਧਰਮ ਦਾ ਕੰਮ ਕੀਤਾ ਜੀ। ਭੋਗ, ਭੂਪ, ਆਪਤ। ਫਿਰ ਪੰਡਤ ਸਿਆਣਾ ਹੋਵੇ ਜੀ, ਹਾਂਜੀ, ਮੂਰਖ ਨਾ ਹੋਵੇ। ਮੂਰਖ ਮੱਤ ਕਿਹਨੂੰ ਕਹਿੰਦੇ ਤੇ ਪੰਡਿਤ ਕਿਹਨੂੰ ਕਹਿੰਦੇ ਜੀ? ਜਿਹਦੀ ਮੱਤ ਤੱਤ ਵਾਲੀ ਹੈ ਜੀ, ਇੱਕ ਵਾਰੀ ਸੁਣਿਆ ਗੱਲ ਸਮਝ 'ਚ ਆ ਜੇ। ਤੇ ਮੂਰਖ ਨੂੰ ਕੀ ਹੈ, ਜਿੰਨਾ ਵਾਰੀ ਮਰਜ਼ੀ ਆਖੀ ਜਾਓ, ਮੂਰਖ ਦੇ ਗੱਲ ਪੱਲੇ ਹੀ ਨਹੀਂ ਪੈਣੀ ਜੀ। ਆਖੋ ਸ੍ਰੀ ਵਾਹਿਗੁਰੂ। ਮੂਰਖ ਦੇ ਗੱਲ ਪੱਲੇ ਨਹੀਂ ਪੈਣੀ। ਉਹ ਮਸਕੀਨ ਜੀ ਸੁਣਾਉਂਦੇ, ਕਹਿੰਦੇ ਇੱਕ ਬੰਦਾ ਪਿੰਡ ਛੱਡ ਕੇ ਅਗਲੇ ਪਿੰਡ ਚਲੇ ਗਿਆ ਵੀ ਮੈਂ ਇਸ ਪਿੰਡ 'ਚ ਨਹੀਂ ਰਹਿਣਾ। ਤੇ ਜਦੋਂ ਉਹ ਅਗਲੇ ਪਿੰਡ 'ਚ ਗਿਆ ਤੇ ਉਹਨੂੰ ਕੰਮਕਾਰ ਮਿਲ ਗਿਆ। ਜਦੋਂ ਉਹਨੇ ਕੰਮਕਾਰ ਕਰਨਾ ਸ਼ੁਰੂ ਕੀਤਾ, ਦੂਜੇ ਕੁ ਦਿਨ ਉਹਦੇ ਕੋਲ ਗਲਤੀ ਹੋ ਗਈ। ਮਾਲਕ ਕਹਿੰਦਾ ਉਹ ਭਾਈ ਇਹ ਕੰਮ ਇੰਜ ਨਹੀਂ ਇੰਜ ਕਰਨਾ। ਤੀਜੇ ਦਿਨ ਫਿਰ ਗਲਤੀ ਹੋ ਗਈ। ਉਹਨੂੰ ਫਿਰ ਮਾਲਕ ਨੇ ਸਮਝਾਇਆ ਵੀ ਇਹ ਕੰਮ ਇੰਜ ਨਹੀਂ ਇੰਜ ਕਰਨਾ। ਤੇ ਤੀਜੇ ਦਿਨ ਫਿਰ ਮਾਲਕ ਨੇ ਕਿਹਾ, ਜਦੋਂ ਤੀਜੇ ਦਿਨ ਉਹਨੇ ਗਲਤੀ ਕੀਤੀ ਨਾ, ਮਾਲਕ ਕਹਿੰਦਾ ਉਹ ਮੂਰਖਾ ਇਹ ਕੰਮ ਇੰਜ ਨਹੀਂ ਇੰਜ ਕਰਨਾ। ਉਹਨੇ ਕਹੀ ਰੱਖਤੀ। ਕਹਿੰਦਾ ਜੀ ਉਹ ਕੰਮ ਤੇ ਉਂਝ ਹੀ ਕਰੂੰਗਾ ਜਿਵੇਂ ਤੁਸੀਂ ਕਿਹਾ, ਪਰ ਇਹ ਦੱਸੋ ਤੁਹਾਨੂੰ ਮੇਰਾ ਨਾਮ ਕਿਹਨੇ ਦੱਸਿਆ? ਉਹ ਕਹਿੰਦੇ ਵੀ ਤੇਰਾ ਨਾਮ? ਕਹਿੰਦਾ ਜੀ ਮੇਰਾ ਨਾਮ ਮੂਰਖ ਹੈਗਾ। ਲੋਕ ਮੈਨੂੰ ਮੂਰਖ ਕਹਿੰਦੇ ਸੀ ਪਹਿਲੇ ਪਿੰਡ ਵਿੱਚ, ਤੇ ਮੈਂ ਤੇ ਤਾਂ ਉਹ ਪਿੰਡ ਛੱਡਿਆ, ਮੇਰਾ ਨਾਮ ਇੱਥੇ ਵੀ ਪਤਾ ਲੱਗ ਗਿਆ। ਉਹ ਕਹਿੰਦਾ ਨਹੀਂ, ਤੇਰਾ ਨਾਮ ਮੂਰਖ ਨਹੀਂ ਹੈ, ਤੇਰੇ ਕੰਮ ਮੂਰਖਾਂ ਵਾਲੇ ਨੇ। ਆਖੋ ਵਾਹਿਗੁਰੂ। ਤੇਰੇ ਕੰਮ ਮੂਰਖਾਂ ਵਾਲੇ ਨੇ, ਇਸ ਕਰਕੇ ਤੈਨੂੰ ਤਾਂ ਕਹਿ ਰਿਹਾ ਹਾਂ। ਮੂਰਖ ਉਹ ਹੁੰਦਾ ਜਿਹਨੂੰ ਗੱਲ ਸਮਝ ਹੀ ਨਾ ਆਵੇ ਜੀ। ਜਿਹੜਾ ਬੰਦਾ ਕਿਸੇ ਪਸ਼ੂ ਦੀ ਜੂਨ ਵਿੱਚੋਂ ਬੰਦੇ ਦੀ ਜੂਨ 'ਚ ਆਉਂਦਾ ਨਾ ਜੀ, ਉਹਨੂੰ ਛੇਤੀ ਗੱਲ ਸਮਝ ਨਹੀਂ ਆਉਂਦੀ ਜੀ, ਉਹਨੂੰ ਛੇਤੀ ਨਹੀਂ ਆਏਗੀ। ਜਿਹਨੇ ਧਰਮ ਕਮਾਇਆ ਜੀ ਉਹ ਪੰਡਤ ਹੋਏਗਾ। ਪੰਡਤ ਦੇ ਅਰੋਗ ਪੁੰਨ, ਫਿਰ ਸਰੀਰ ਅਰੋਗ ਹੋਵੇ। ਸਮਝੋ ਪਿਛਲੇ ਜਨਮਾਂ 'ਚ ਧਰਮ ਕਮਾਇਆ, ਇਹ ਫਲ ਹੋਣਗੇ ਜੀ। ਸੁਣੋ ਕਿਹੜੇ ਕਿਹੜੇ ਜੀ? ਚੰਗੀ ਕੁੱਲ 'ਚ ਜਨਮ ਹੋਣਾ, ਸੋਹਣਾ ਧਨ ਹੋਣਾ, ਸਰੂਪ ਹੋਣਾ, ਰੂਪ ਵੀ ਸੋਹਣਾ ਹੋਣਾ ਤੇ ਸਰੀਰ ਵੀ ਸੋਹਣਾ ਹੋਣਾ, ਰਾਜਿਆਂ ਵਰਗੇ ਸੁੱਖ ਪਦਾਰਥ ਹੋਣੇ, ਫਿਰ ਪੰਡਤ ਹੋਣਾ ਤੇ ਸਰੀਰ ਨਿਰੋਗੀ ਹੋਣਾ। ਜਿਹਨੇ ਪਿਛਲੇ ਜਨਮਾਂ 'ਚ ਧਰਮ ਕਮਾਇਆ ਉਹਨੂੰ ਇਹ ਫਲ ਮਿਲਣਗੇ ਜੀ। ਆਖੋ ਵਾਹਿਗੁਰੂ। ਹੁਣ ਬਾਬਾ ਜ਼ੋਰਾਵਰ ਸਿੰਘ ਜੀ ਕਿਸੇ ਸਿੱਖ ਦੀ ਕੁੱਲ 'ਚ ਜਨਮ ਨਹੀਂ ਹੋਇਆ। ਸਿੱਖ ਦੀ ਕੁੱਲ 'ਚ ਜਨਮ ਹੋਣਾ ਇਹ ਵੀ ਵੱਡੇ ਭਾਗ ਨੇ। ਆ ਬਾਬਾ ਬਿਧੀ ਚੰਦ ਜੀ ਦੀ ਕੁੱਲ 'ਚ ਜਿਨ੍ਹਾਂ ਦਾ ਜਨਮ ਹੁੰਦਾ, ਜੰਮਦਿਆਂ ਦੀ ਪੂਜਾ ਹੋਣ ਲੱਗ ਪੈਂਦੀ ਜੀ। ਪਰ ਬਾਬਾ ਜ਼ੋਰਾਵਰ ਸਿੰਘ ਜੀ ਦਾ ਗੁਰੂ ਦੀ ਕੁੱਲ ਵਿੱਚ ਜਨਮ ਹੋਇਆ ਜੀ। ਹਾਂਜੀ, ਜਿਸ ਕੁੱਲ ਨੂੰ ਕਹਿੰਦੇ ਆ ਚੱਲੀ ਪੀੜ੍ਹੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਸੋਢੀਆਂ ਦੀ ਕੁੱਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ ਪੁੱਤ ਬਣ ਕੇ ਪੈਦਾ ਹੋਏ। ਅੱਜ ਦੇ ਦਿਨ ਹਜ਼ਾਰਾਂ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਕੇ ਸਤਿਗੁਰੂ ਜੀ ਨੂੰ ਵਧਾਈਆਂ ਦਿੰਦੇ, ਸੱਚੇ ਪਾਤਸ਼ਾਹ ਵਧਾਈਆਂ ਹੋਣ, ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਜਨਮ ਹੋਇਆ ਜੀ। ਮਹਾਰਾਜ ਨਾਮ ਕੀ ਰੱਖਣਾ? ਤੇ ਗੁਰੂ ਸਾਹਿਬ ਨੇ ਪਹਿਲੇ ਪੁੱਤ ਦਾ ਨਾਮ ਅਜੀਤ ਰੱਖਿਆ ਸੀ, ਜਿਹੜਾ ਜਿੱਤਿਆ ਨਾ ਜਾਵੇ। ਦੂਜੇ ਦਾ ਨਾਮ ਜੂਝਣ ਵਾਲਾ ਰੱਖਿਆ, ਜੁਝਾਰ ਸਿੰਘ। ਤੇ ਤੀਜੇ ਦਾ ਨਾਮ ਰੱਖਿਆ ਜ਼ੋਰਾਵਰ ਸਿੰਘ। ਜ਼ੋਰਾਵਰ ਸਿੰਘ, ਜਿਹਦੇ ਵਿੱਚ ਜ਼ੋਰ ਬਹੁਤ ਹੁੰਦਾ ਜੀ, ਜਿਹਦੇ ਵਿੱਚ ਤਾਕਤ ਬਹੁਤ ਹੈ ਜੀ। ਵੱਡੀ ਤਾਕਤ ਧੁਰ ਦਰਗਾਹ ਤੋਂ ਲੈ ਕੇ ਆਏ ਬਾਬਾ ਜ਼ੋਰਾਵਰ ਸਿੰਘ ਜੀ। ਉਹਨਾਂ ਦੀ ਤਾਕਤ ਨੀਹਾਂ ਵਿੱਚ ਖਲੋ ਕੇ ਵੀ ਨਹੀਂ ਘਟੀ ਸਾਧ ਸੰਗਤ ਜੀ।
ਬਾਬਾ ਜ਼ੋਰਾਵਰ ਸਿੰਘ ਜੀ ਦੀ ਜੀ। ਉਂਝ ਬਾਬਾ ਜ਼ੋਰਾਵਰ ਸਿੰਘ ਜੀ ਦੇ ਨਾਮ ਉੱਤੇ ਇੱਕ ਜਰਨੈਲ ਵੀ ਹੋਇਆ ਸਾਧ ਸੰਗਤ ਜੀ, ਪੰਥ ਵਿੱਚ ਜਰਨੈਲ ਹੋਇਆ ਜੀ, ਜਰਨੈਲ ਜ਼ੋਰਾਵਰ ਸਿੰਘ। ਔਰ ਜਦੋਂ ਉਹ ਜਰਨੈਲ ਸ਼ਹੀਦ ਹੋਇਆ ਸੀ ਨਾ, ਦੁਸ਼ਮਣ ਸਾਧ ਸੰਗਤ ਜੀ ਉਸ ਜਰਨੈਲ ਦਾ ਮਾਸ ਲਾਹ ਕੇ ਲੈ ਗਏ ਸੀਗੇ। ਕਿਉਂ ਲਾਹ ਕੇ ਲੈ ਗਏ ਸੀ? ਉਹ ਕਹਿੰਦੇ ਸੀ ਇਹ ਆਪਣੀਆਂ ਪਤਨੀਆਂ ਨੂੰ ਛਕਾਉਣਾ, ਅਸੀਂ ਇਹ ਆਪਣੀਆਂ ਪਤਨੀਆਂ ਨੂੰ ਛਕਾਉਣਾ ਤਾਂ ਕਿ ਸਾਡੇ ਘਰਾਂ ਵਿੱਚ ਜਰਨੈਲ ਜ਼ੋਰਾਵਰ ਸਿੰਘ ਵਰਗੇ ਪੁੱਤ ਪੈਦਾ ਹੋਣ ਜੀ। ਉਸ ਜਰਨੈਲ ਦਾ ਜਿਹੜਾ ਮਾਸ ਹੈ ਨਾ ਜੀ, ਉਹ ਵੀ ਬੜਾ ਮਹਿੰਗਾ ਵਿਕਿਆ ਸੀਗਾ ਜੀ। ਇੱਕ ਜਰਨੈਲ ਹੋਇਆ ਜੀ, ਜਰਨੈਲ ਜ਼ੋਰਾਵਰ ਸਿੰਘ ਜੀ। ਖੈਰ ਰਹੋ ਵਿਚਾਰ, ਇਹ ਸਤਿਗੁਰੂ ਜੀ ਦੇ ਪੁੱਤਰ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਬਹੁਤ ਵੱਡਾ ਤਸ਼ੱਦਦ ਵੀ ਸਿਆ ਤੇ ਸੁੱਖ ਵੀ ਬੜੇ ਮਾਣੇ ਜੀ ਬਾਬਾ ਜ਼ੋਰਾਵਰ ਸਿੰਘ ਜੀ ਨੇ। ਦੁਨੀਆ ਦਾ ਸਭ ਤੋਂ ਵੱਡਾ ਸੁੱਖ ਕੀ ਮਾਣਿਆ ਜੀ? ਦੁਨੀਆ ਦਾ ਸਭ ਤੋਂ ਵੱਡਾ ਸੁੱਖ ਮਾਣਿਆ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਮਿਲੀ ਉਹਨਾਂ ਨੂੰ ਜੀ। ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਖੇਡਣਾ ਮਿਲਿਆ ਜੀ। ਮਹਾਰਾਜ ਜੀ ਦੀ ਗੋਦ ਵਿੱਚ ਖੇਡਦੇ ਰਹੇ। ਮਾਂ ਗੁਜਰੀ ਦਾ ਰੱਜ ਰੱਜ ਕੇ ਪਿਆਰ ਮਾਣਿਆ ਬਾਬਾ ਜੀ ਬਾਬਾ ਜ਼ੋਰਾਵਰ ਸਿੰਘ ਜੀ ਨੇ ਜੀ। ਰੱਜ ਕੇ ਪਿਆਰ ਮਾਣਿਆ। ਮਾਂ ਜੀਤੋ ਜੀ ਦਾ ਰੱਜ ਕੇ ਪਿਆਰ ਮਾਣਿਆ। ਤੇ ਦੁਨੀਆ ਵਿੱਚ ਦੋ ਐਸੇ ਯੋਧੇ ਸੂਰਮੇ ਆ, ਇੱਕ ਬਾਬਾ ਫਤਿਹ ਸਿੰਘ ਜੀ, ਦੂਜਾ ਬਾਬਾ ਜ਼ੋਰਾਵਰ ਸਿੰਘ ਜੀ, ਜਿਨ੍ਹਾਂ ਨੂੰ ਪਤਾ ਅਸੀਂ ਸ਼ਹੀਦ ਹੋਣਾ, ਪਰ ਕਲਗੀਆਂ ਲਾ ਕੇ ਗਏ ਸੀ ਸਾਧ ਸੰਗਤ ਜੀ। ਜਿਵੇਂ ਵਿਆਹ ਵਾਸਤੇ ਲਾੜਾ ਤਿਆਰ ਹੋ ਕੇ ਜਾਂਦਾ, ਇੰਝ ਮਾਤਾ ਗੁਜਰੀ ਜੀ ਨੇ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਤੇ ਬਾਬਾ ਫਤਿਹ ਸਿੰਘ ਜੀ ਨੂੰ ਭੇਜਿਆ ਸੀ। ਕੁਝ ਗੱਲਾਂ ਬਾਬਾ ਜ਼ੋਰਾਵਰ ਸਿੰਘ ਜੀ ਦੀਆਂ ਵਾਕਈ ਜ਼ੋਰਾਵਰਾਂ ਵਾਲੀਆਂ ਨੇ ਜੀ, ਵਾਕਈ ਜਰਨੈਲਾਂ ਵਾਲੀਆਂ ਨੇ ਜੀ। ਬਾਬਾ ਜੀ ਦਾ ਨਾਮ ਜੇ ਜ਼ੋਰਾਵਰ ਰੱਖਿਆ ਨਾ ਮਹਾਰਾਜ ਨੇ, ਤੇ ਗੁਰਮੁਖੋ ਐਵੇਂ ਨਹੀਂ ਰੱਖਿਆ। ਆਪਣੇ ਨਾਮ ਨੂੰ ਲਾਜ ਨਹੀਂ ਲੱਗਣ ਦਿੱਤੀ ਬਾਬਾ ਜ਼ੋਰਾਵਰ ਸਿੰਘ ਜੀ ਨੇ। 9 ਸਾਲ ਤੱਕ ਦੀ ਜ਼ਿੰਦਗੀ ਜੀਵੇ, ਪਰ ਗੁਰਮੁਖੋ 90 ਸਾਲ ਦੇ ਬਜ਼ੁਰਗ ਵੀ ਜਦੋਂ 9 ਸਾਲ ਦੇ ਬਾਬੇ ਦੀ ਕਥਾ ਸੁਣਦੇ ਆ ਨਾ, ਤੇ 90 ਸਾਲ ਦੇ ਬਜ਼ੁਰਗਾਂ ਦੇ ਸਿਰ ਝੁਕ ਜਾਂਦੇ ਨੇ ਜੀ। ਇਸ 9 ਸਾਲ ਦੇ ਜਰਨੈਲ ਬਾਬਾ ਜ਼ੋਰਾਵਰ ਸਿੰਘ ਜੀ ਦੀ ਜਦੋਂ ਕੋਈ ਕਥਾ ਸੁਣਦਾ ਜੀ। ਸਾਹਿਬ ਜੀ ਦਾ ਪਿਆਰ ਮਾਣਿਆ। ਔਰ ਵੱਡੀ ਗੱਲ ਇਹ ਹੈ ਵੀ ਗੁਰਬਾਣੀ ਤੇ ਸ਼ਸਤਰਾਂ ਦਾ ਅਭਿਆਸ ਵੀ ਸਿੱਖਿਆ ਸੀਗਾ ਜੀ। ਜੇ ਸ਼ਸਤਰਬਾਜ਼ੀ ਨਹੀਂ ਸੀ ਕਿਸੇ ਨੇ ਸਿੱਖੀ, ਤੇ ਸਾਧ ਸੰਗਤ ਜੀ ਬਹੁਤ ਘੱਟ ਬਾਬਾ ਫਤਿਹ ਸਿੰਘ ਜੀ ਨੇ ਸਿੱਖੀ ਸੀਗੀ ਜੀ। ਪਰ ਉਂਝ ਦਾਸ ਬੁੱਢੇ ਦਲ ਦੇ ਸ਼ਸਤਰਾਂ ਦੇ ਦਰਸ਼ਨ ਕਰ ਰਿਹਾ ਸੀ। ਟੀਵੀ ਵਿੱਚ ਬੁੱਢੇ ਦਲ ਦੇ ਸ਼ਸਤਰ ਜਿਹੜੇ ਸੀ ਬੁੱਢੇ ਦਲ ਕੋ ਪਏ, ਉਹ ਸ਼ਸਤਰਾਂ ਦੇ ਦਰਸ਼ਨ ਕਰਾ ਰਹੇ ਸੀ। ਉਹਦੇ ਵਿੱਚ ਬਾਬਾ ਫਤਿਹ ਸਿੰਘ ਜੀ ਦੀ ਢਾਲ ਦੇ ਦਰਸ਼ਨ ਕਰਾਉਂਦੇ ਜੀ ਉਹ ਜੀ। ਕਿਤੇ ਵੇਖਿਓ ਬਾਬਾ ਫਤਿਹ ਸਿੰਘ ਜੀ ਦੀ ਢਾਲ ਦੇ ਦਰਸ਼ਨ ਕਰਾਉਣਗੇ ਤਾਂ ਦਾਸ ਨੇ ਆਪਣੇ ਮਨ ਵਿੱਚ ਸੋਚਿਆ ਵੀ ਨਾਲੇ ਤੇ ਪੜ੍ਹਿਆ ਵੀ ਬਾਬਾ ਫਤਿਹ ਸਿੰਘ ਜੀ ਨੇ ਸ਼ਸਤਰ ਵਿਦਿਆ ਘੱਟ ਸਿੱਖੀ ਸੀ, ਪਰ ਬਾਬਾ ਫਤਿਹ ਸਿੰਘ ਜੀ ਤੇ ਢਾਲ ਰੱਖਦੇ ਆ, ਤੇ ਢਾਲ ਉਹੋ ਹੀ ਰੱਖਦੇ ਆ ਜਿਨ੍ਹਾਂ ਸ਼ਸਤਰ ਵਿਦਿਆ ਸਿੱਖੀ ਹੁੰਦੀ ਸੀ। ਆਮ ਬੰਦੇ ਨੂੰ ਢਾਲ ਦਾ ਕੀ ਪਤਾ ਜੀ? ਆਖੋ ਸ਼੍ਰੀ ਵਾਹਿਗੁਰੂ। ਆ ਸਾਡੇ ਨਿਆਣਿਆਂ ਨੂੰ ਪੁੱਛੋ ਵੀ ਢਾਲ ਹੁੰਦੀ ਕੀ ਹੈ, ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਢਾਲ ਹੁੰਦੀ ਕੀ ਹੈ। ਤੇ ਦਾਸ ਇਧਰ ਬੰਥਰੇ ਯੂਪੀ 'ਚ ਕਥਾ ਕਰਨ ਗਿਆ ਸੀ। ਉੱਥੇ ਬਾਬਾ ਜ਼ੋਰਾਵਰ ਸਿੰਘ ਜੀ ਦੀ ਸ੍ਰੀ ਸਾਹਿਬ ਦੇ ਦਰਸ਼ਨ ਨਿਹੰਗਾਂ ਸਿੰਘਾਂ ਦਾ ਦਲ ਹੈ, ਉਹਨਾਂ ਨੇ ਕਰਾਏ ਸੀਗੇ ਜੀ। ਸ਼ਸਤਰ ਵਿਦਿਆ ਵੀ ਸਿੱਖੀ ਜੀ। ਕਿੱਡੀ ਵੱਡੀ ਗੱਲ ਹੋਏਗੀ ਵੀ ਮੌਕੇ ਦਾ ਬਹੁਤ ਵੱਡਾ ਕਹਿੰਦਾ ਕਹਾਉਂਦਾ ਸਰਦਾਰ ਯੋਧਾ ਵਜ਼ੀਰ ਖਾਂ, ਜਿਹਦੇ ਅੱਗੇ ਕੋਈ ਚੂੰ ਨਹੀਂ ਸੀ ਕਰਦਾ ਸਾਧ ਸੰਗਤ ਦੀ, ਕੋਈ ਚੂੰ ਨਹੀਂ ਸੀ ਕਰਦਾ। ਤੇ ਬਾਬਾ ਜ਼ੋਰਾਵਰ ਸਿੰਘ ਜੀ ਹੋਣੀ ਗੱਜ ਗੱਜ ਕੇ ਜਵਾਬ ਦਿੰਦੇ ਸੀਗੇ ਜੀ। ਵਜ਼ੀਰ ਖਾਨ ਦੀ ਸਾਰੀ ਸਭਾ ਥੱਕ ਗਈ, ਸਾਰੀ ਸਭਾ ਹਾਰ ਗਈ, ਬੜੇ ਜ਼ੋਰ ਲਾ ਕੇ ਵੇਖੇ
ਪਰ ਉਹਨਾਂ ਦੇ ਜ਼ੋਰ ਬਾਬੇ ਜ਼ੋਰਾਵਰ ਸਿੰਘ ਦੇ ਅੱਗੇ ਨਹੀਂ ਚੱਲੇ ਸਾਧ ਸੰਗਤ ਜੀ। ਕਿੰਨਾ ਜ਼ੋਰ ਲਾਇਆ ਜੀ। ਬਾਬੇ ਜ਼ੋਰਾਵਰ ਸਿੰਘ ਦਾ ਜ਼ੋਰ ਘਟਾਉਣ ਵਾਸਤੇ ਅੱਤ ਦੀ ਠੰਡ ਨੂੰ ਜ਼ੋਰ ਲਾਉਣਾ ਪਿਆ ਜੀ। ਠੰਡੇ ਬੁਰਜ ਜਿਹੜਾ ਗਰਮੀਆਂ ਵਿੱਚ ਹੀ ਏਸੀ ਵਰਗਾ ਸੀਗਾ ਜੀ, ਤੇ ਠੰਡ ਵਿੱਚ ਕੀ ਹੋਏਗਾ। ਅੱਤ ਦੀ ਠੰਡ ਹੈ, ਠੰਡ ਪੂਰਾ ਜ਼ੋਰ ਲਾਉਂਦੀ ਹੈ, ਪਰ ਠੰਡ ਬਾਬਾ ਜ਼ੋਰਾਵਰ ਸਿੰਘ ਜੀ ਨੂੰ ਹਰਾ ਨਹੀਂ ਸਕੀ ਜੀ। ਫਤਿਹ ਸਿੰਘ ਜੀ ਨੇ ਠੰਡ ਉੱਤੇ ਫਤਿਹ ਪ੍ਰਾਪਤ ਕੀਤੀ ਜੀ। ਮਾਤਾ ਗੁਜਰੀ ਦੇ ਤਨ ਉੱਤੇ ਠੰਡ ਗੁਜ਼ਰ ਗਈ ਹੈ, ਪਰ ਮਾਤਾ ਗੁਜਰੀ ਨੂੰ ਡੋਲਾ ਨਹੀਂ ਸਕੀ ਜੀ। ਠੰਡ ਜ਼ੋਰ ਲਾ ਕੇ ਹਟ ਗਈ। ਬਾਬਾ ਜ਼ੋਰਾਵਰ ਸਿੰਘ ਜੀ ਦਾ ਜ਼ੋਰ ਢਿੱਲਾ ਨਹੀਂ ਪਿਆ ਜੀ। ਜ਼ੋਰ ਕੀ ਹੁੰਦਾ ਜੀ? ਜ਼ੋਰ ਤਾਕਤ ਹੁੰਦੀ ਹੈ, ਜ਼ੋਰ ਤਾਣ ਹੁੰਦਾ ਜੀ। ਠੰਡ ਦਾ ਜ਼ੋਰ ਪਹਿਲਾਂ ਲੱਗਾ, ਬਾਬਾ ਜ਼ੋਰਾਵਰ ਸਿੰਘ ਦਾ ਜ਼ੋਰ ਨਹੀਂ ਘਟਿਆ ਜੀ। ਆਖੋ ਸ੍ਰੀ ਵਾਹਿਗੁਰੂ। ਫਿਰ ਕਚਹਿਰੀ ਵਿੱਚ ਵੱਡੇ ਵੱਡੇ ਦਾਨੇ ਸਿਆਣਿਆਂ ਨੇ ਆਪਣੇ ਦਿਮਾਗ ਦਾ ਜ਼ੋਰ ਲਾਇਆ, ਪਰ ਬਾਬਾ ਜ਼ੋਰਾਵਰ ਸਿੰਘ ਦਾ ਜ਼ੋਰ ਉਹਨਾਂ ਦੇ ਜ਼ੋਰ ਤੋਂ ਵੱਡਾ ਨਿਕਲਿਆ ਜੀ। ਉਹਨਾਂ ਸਵਾਲ ਪੁੱਛੇ ਜੀ। ਪਹਿਲੀ ਗੱਲ ਜਾ ਕੇ ਫਤਿਹ ਬੁਲਾਈ। ਕੁਝ ਗੱਲਾਂ ਨੇ ਜਿਹੜੀਆਂ ਦਿਲ ਨੂੰ ਟੁੰਬਦੀਆਂ ਨੇ ਸਾਧ ਸੰਗਤ ਜੀ, ਦਿਲ ਨੂੰ ਟੁੰਬਦੀਆਂ ਨੇ। ਉਹ ਕਹਿੰਦੇ ਸੀ, ਬੱਚਿਓ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਹੈ, ਖਤਮ ਕਰਤਾ ਹੈ। ਹੁਣ ਉਹ ਛੋਟੇ ਬੱਚੇ ਨਹੀਂ ਹੈਗੇ ਸਾਧ ਸੰਗਤ ਜੀ, ਉਹ ਬ੍ਰਹਮ ਗਿਆਨੀ ਬਾਬੇ ਨੇ। ਜਦੋਂ ਕਚਹਿਰੀ 'ਚ ਗਏ ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬੇ ਫਤਿਹ ਸਿੰਘ ਦੀ ਸੁਰਤ ਕਿੰਨੀ ਉੱਚੀ ਹੋਏਗੀ। ਦਰਵਾਜ਼ਾ ਛੋਟਾ ਲਾਇਆ ਜੀ ਉਹਨਾਂ ਨੇ, ਵੀ ਜਦੋਂ ਸਿਰ ਝੁਕਾਉਣਗੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਅਸੀਂ ਤਾੜੀਆਂ ਮਾਰ ਦਿਆਂਗੇ, ਅਸੀਂ ਕਹਾਂਗੇ ਗੁਰੂ ਗੋਬਿੰਦ ਸਿੰਘ ਨਹੀਂ ਤੇ ਕੋਈ ਨਹੀਂ, ਪਰ ਉਹਦੇ ਪੁੱਤ ਤੇ ਝੁਕੇ ਆ ਨਾ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ, ਇਹ ਜ਼ੋਰਾਵਰ ਸਿੰਘ ਕੋਈ ਹੋਰ ਨਹੀਂ, ਇਹ ਉਸੇ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਹੈ। ਇਹ ਉਸੇ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਹੈ। ਬਾਬੇ ਨੀਵੇਂ ਹੋ ਕੇ ਗਏ ਜੀ। ਕਿਵੇਂ? ਤਨ ਨੀਵਾਂ ਕੀਤਾ, ਪਰ ਸਿਰ ਨਹੀਂ ਨੀਵਾਂ ਕੀਤਾ ਜੀ। ਸਿਰ ਨਹੀਂ ਨੀਵਾਂ ਕੀਤਾ। ਸਿਰ ਦੀ ਸਾਰੀ ਖੇਡ 'ਚ ਬੰਦਾ ਮੰਨੇ ਜਾਂ ਨਾ ਮੰਨੇ, ਖੇਡ ਸਾਰੀ ਸਿਰ ਦੀ ਹੈ ਸਾਧ ਸੰਗਤ ਜੀ। ਉਥੇ ਜ਼ੋਰ ਲੱਗ ਗਿਆ। ਵੱਡਿਆਂ ਵੱਡਿਆਂ ਨੇ ਸਵਾਲ ਪੁੱਛੇ। ਵੱਡਿਆਂ ਵੱਡਿਆਂ ਦੇ ਸਵਾਲ ਜਿਹੜੇ ਸੀ ਉਹ ਖੁੰਡੇ ਪੈ ਗਏ, ਪਰ ਗੱਲ ਨਹੀਂ ਬਣੀ ਜੀ। ਫਿਰ ਨੀਹਾਂ ਦਾ ਜ਼ੋਰ ਵੀ ਬਾਬੇ ਜ਼ੋਰਾਵਰ ਸਿੰਘ ਤੋਂ ਜਿੱਤ ਨਹੀਂ ਸਕਿਆ ਸਾਧ ਸੰਗਤ ਜੀ। ਤੇ ਕੀ ਚੱਲੇ ਜੀ? ਜੀਵਾ ਕੀਤੇ ਜੀ, ਖੰਜਰ ਚਲਾਏ। ਖੰਜਰ ਦਾ ਜ਼ੋਰ ਵੀ ਆਇਆ ਬਾਬਾ ਜ਼ੋਰਾਵਰ ਸਿੰਘ ਅੱਗੇ, ਪਰ ਸਾਧ ਸੰਗਤ ਜੀ ਖੰਜਰ ਦਾ ਜ਼ੋਰ ਵੀ ਆ ਲਗੇ ਵਾਹਿਗੁਰੂ ਘੱਟ ਹੋ ਗਿਆ। ਬਾਬੇ ਜ਼ੋਰਾਵਰ ਸਿੰਘ ਦਾ ਜ਼ੋਰ ਜਿੱਤਿਆ। ਕਿਉਂ? ਇੰਨੇ ਜ਼ੋਰ ਆਏ ਹੈ, ਇੰਨੀਆਂ ਤਾਕਤਾਂ ਆਈਆਂ ਨੇ, ਪਰ ਬਾਬਾ ਜ਼ੋਰਾਵਰ ਸਿੰਘ ਤੇ ਬਾਬੇ ਫਤਿਹ ਸਿੰਘ ਨੂੰ ਡੁਲਾ ਨਹੀਂ ਸਕੀਆਂ ਜੀ। ਨਿਆਣਿਆਂ ਦਾ ਕੀ ਹੈ? ਨਿਆਣਿਆਂ ਨੂੰ ਤੇ 2 ਟੋਫੀਆਂ ਹੀ ਦਿਓ ਤੇ ਜੋ ਮਰਜ਼ੀ ਬੁਲਵਾ ਲਓ। ਆਖੋ ਵਾਹਿਗੁਰੂ ਵਾਹਿਗੁਰੂ। 2 ਟੋਫੀਆਂ ਦਿਓ ਤੇ ਜੋ ਮਰਜ਼ੀ ਬੁਲਾ ਲਓ। ਪਰ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਸਾਧ ਸੰਗਤ ਜੀ ਉਹ ਡੋਲੇ ਨਹੀਂ। ਅੱਜ ਬਾਬਾ ਜ਼ੋਰਾਵਰ ਸਿੰਘ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਹੈ। ਸ਼ਬਦ ਪੜ੍ਹਿਆ ਸੀ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ। ਜਗਦੀਸ਼ ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਮਾਂ ਨੂੰ ਵਾਹਿਗੁਰੂ ਨੇ ਸੁਭਾਅ ਦਿੱਤਾ ਜੀ। ਮਾਂ ਦੀ ਅਸੀਸ ਦੀ ਗੱਲ ਆਈ ਹੈ। ਮਾਨੋ ਮਾਂ ਜੀਤੋ ਨੇ ਆਪਣੇ ਸ਼ਹੀਦ ਪੁੱਤ ਨੂੰ ਆਸ਼ੀਰਵਾਦ ਦਿੱਤਾ ਹੋਵੇ, ਮੇਰੇ ਬੱਚੇ ਸਭ ਕੁਝ ਵਿਸਰ ਜਾਵੇ,
ਪਰ ਤੈਨੂੰ ਨਿਤਨੇਮ ਨਾ ਵਿਸਰੇ, ਤੈਨੂੰ ਬਾਣੀ ਨਾ ਵਿਸਰੇ। ਤੁਸੀਂ ਸਾਰੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਵਾਰਸ ਬੈਠੇ ਹੋ। ਆਪਾਂ ਸਾਰੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਵਾਰਸ ਬੈਠੇ ਆ ਨਾ। ਅੱਜ ਉਹਨਾਂ ਦਾ ਜਨਮ ਦਿਨ ਹੈ, ਅੱਜ ਉਹਨਾਂ ਦੇ ਗੁਣਾਂ ਨੂੰ ਚੇਤੇ ਕਰਨਾ ਹੈ। ਗੁਰਮੁਖੋ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਖੇਡਦੇ ਵੀ ਸੀ, ਸਭ ਕੁਝ ਕਰਦੇ ਸੀ, ਪਰ ਉਹ ਆਪਣਾ ਨਿਤਨੇਮ ਨਹੀਂ ਸੀ ਛੱਡਦੇ ਜੀ। ਨਿਤਨੇਮ ਪੂਰਾ ਕਰਦੇ ਸੀ। ਉਹਦੇ ਬਾਰੇ ਮੈਂ ਬੇਨਤੀ ਕਰਦਿਆਂ ਵੀ ਨਿਤਨੇਮ ਤਾਂ ਜਿਸ ਦਿਨ ਸ਼ਹੀਦ ਹੋਣਾ ਨਾ ਬਾਬਿਆਂ ਨੇ, ਉਸ ਦਿਨ ਵੀ ਨਿਤਨੇਮ ਕੀਤਾ ਜੀ ਉਹਨਾਂ ਨੇ ਜੀ। ਉਸ ਦਿਨ ਵੀ ਨਿਤਨੇਮ ਕੀਤਾ। ਕਿਵੇਂ? ਠੰਡੇ ਬੁਰਜ ਵਿੱਚ ਚੱਲਣ ਤੋਂ ਪਹਿਲਾਂ ਮਾਂ ਗੁਜਰੀ ਜੀ ਨੇ ਆਪ ਪਾਠ ਸੁਣਾਇਆ ਜੀ। ਘਰ ਦੀ ਗੱਲ ਹੈ ਨਾ, ਘਰ ਵਿੱਚ ਜਿੰਨੇ ਵਧੀਆ ਸੰਸਕਾਰ ਹੋਣਗੇ, ਅੱਗੋਂ ਬੱਚਿਆਂ ਵਿੱਚ ਓਨੇ ਵਧੀਆ ਸੰਸਕਾਰ ਚੱਲਣਗੇ, ਬੱਚੇ ਵੀ ਓਨੇ ਮਹਾਨ ਹੋਣਗੇ। ਤੇ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਹੈ, ਪਰਵਰਿਸ਼ ਕਰਨ ਵਾਲੇ ਮਾਤਾ ਜੀ ਨੇ, ਮਾਤਾ ਜੀਤੋ ਜੀ, ਮਾਤਾ ਗੁਜਰੀ ਜੀ। ਤੇ ਮਾਤਾ ਜੀਤੋ ਜੀ ਉਹ ਨੇ, ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਦਰਬਾਰ 'ਚ ਜਾਣਾ ਹੁੰਦਾ ਸੀ, ਤੇ ਮਾਤਾ ਜੀਤੋ ਜੀ ਨੂੰ ਤੇ ਮਹਾਰਾਜ ਜੋਗੀ ਰਾਜ ਕਹਿੰਦੇ ਹੁੰਦੇ ਸੀਗੇ। ਬਾਬਾ ਜ਼ੋਰਾਵਰ ਸਿੰਘ ਜੀ ਦੀ ਮਾਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਜੋਗੀ ਰਾਜ ਕਹਿੰਦੇ ਹੁੰਦੇ ਸੀਗੇ। ਆਖੋ ਸ਼੍ਰੀ ਵਾਹਿਗੁਰੂ। ਵਾਹਿਗੁਰੂ। ਕਿਉਂ? ਇੱਕ ਹੁੰਦਾ ਜੋਗੀ, ਇੱਕ ਹੁੰਦਾ ਜੋਗੀਆਂ ਦਾ ਰਾਜਾ। ਜੋਗੀ ਰਾਜ ਮਹਾਰਾਜ ਮਾਤਾ ਜੀਤੋ ਜੀ ਨੂੰ ਕਹਿੰਦੇ ਸੀ। ਕਿਉਂ ਕਹਿੰਦੇ ਸੀ? ਕਿਉਂਕਿ ਸਾਧ ਸੰਗਤ ਜੀ, ਮਾਤਾ ਜੀਤੋ ਜੀ ਬਹੁਤਾ ਲੰਮਾ ਸਮਾਂ ਸਮਾਧੀ ਵਿੱਚ ਰਹਿੰਦੇ ਹੁੰਦੇ ਸੀਗੇ ਜੀ। ਤੁਸੀਂ ਪੜ੍ਹ ਕੇ ਵੇਖੋ। ਜਦੋਂ ਸੋਹਿਨਾ ਤੇ ਮੋਹਿਨਾ ਪੜ੍ਹਦੇ ਆ ਨਾ, ਭਾਈ ਵੀਰ ਸਿੰਘ ਜੀ ਨੇ ਸ੍ਰੀ ਮਾਤਾ, ਮਾਤਾ ਜੀਤੋ ਜੀ ਦਾ ਜ਼ਿਕਰ ਕੀਤਾ ਜੀ। ਭਾਈ ਸਾਹਿਬ ਲਿਖਦੇ, ਉਹਨਾਂ ਦੇ ਲਿਖਣ ਦਾ ਤਰੀਕਾ ਇੰਨਾ ਸੋਹਣਾ, ਉਹ ਇਹ ਨਹੀਂ ਲਿਖਦੇ, ਇਕੱਲਾ ਨਹੀਂ ਲਿਖਦੇ, ਮਾਤਾ ਜੀਤੋ ਨਹੀਂ ਲਿਖਦੇ, ਉਹ ਲਿਖਦੇ ਸ੍ਰੀ ਮਾਤਾ, ਮਾਤਾ ਜੀਤੋ ਜੀ। ਉਹ ਲਿਖਦੇ ਜੋਗੀ ਰਾਜ, ਮਾਤਾ ਜੀਤੋ ਜੀ ਨੂੰ। ਕਿਉਂ ਲਿਖਦੇ? ਮਾਤਾ ਜੀਤੋ ਜੀ ਗੁਰੂ ਘਰ ਦੀ ਸੇਵਾ ਵੀ ਕਰਦੇ ਸੀ, ਪਰ ਮਾਤਾ ਜੀਤੋ ਜੀ ਸਵਾਸ ਗਰਾਸ ਨਾਮ ਜਪਣ ਵਾਲੇ ਸੀਗੇ ਜੀ। ਸਵਾਸ ਗਰਾਸ ਨਾਮ ਜਪਣ ਵਾਲੇ ਸੀ। ਮਾਤਾ ਜੀਤੋ ਜੀ ਸਿਮਰਨ ਵਾਲੇ ਸਨ। ਜਿਵੇਂ ਜੋਗੀਆਂ ਦੀ ਸਮਾਧੀ ਲੱਗਦੀ ਹੈ ਨਾ, ਪੁਰਾਣੇ ਜੋਗੀ ਤੇ ਸਾਧ ਸੰਗਤ ਜੀ ਕੁਝ ਨਸ਼ੇ ਵਾਲੀਆਂ ਚੀਜ਼ਾਂ ਖਾ ਕੇ ਵੀ ਸਮਾਧੀ ਲਵਾਉਂਦੇ ਰਹੇ ਆਪਣੀ, ਪਰ ਸ੍ਰੀ ਮਾਤਾ, ਮਾਤਾ ਜੀਤੋ ਜੀ ਦੀ ਸੁਤੇ ਸਿੱਧ ਦੀ ਸਮਾਧੀ ਲੱਗਦੀ ਹੁੰਦੀ ਸੀਗੀ ਜੀ। ਸੁਤੇ ਸਿੱਧ ਸਾਰੀ ਰਾਤ ਸਿਮਰਨ ਭਜਨ ਵਿੱਚ ਜੁੜੇ ਰਹਿਣਾ। ਭਾਈ ਸਾਹਿਬ ਲਿਖਦੇ, ਕਹਿੰਦੇ ਰਾਤ ਦੇ ਜਦੋਂ 2 ਪਹਿਰ ਹੁੰਦੇ ਸੀ ਨਾ, ਰਾਤ 4 ਪਹਿਰਾਂ ਦੀ ਹੈ, 2 ਪਹਿਰ ਜਦੋਂ ਰਾਤ ਦੇ ਰਹਿ ਜਾਂਦੇ ਸੀ, ਮਾਤਾ ਜੀਤੋ ਜੀ ਇਸ਼ਨਾਨ ਕਰਕੇ ਸਮਾਧੀ ਵਿੱਚ ਬਹਿ ਜਾਂਦੇ ਸੀਗੇ ਜੀ। ਤੇ ਮਾਤਾ ਜੀ ਨੇ ਜਦੋਂ ਸਮਾਧੀ ਲਾ ਲੈਣੀ, ਤੇ ਫਿਰ ਅੰਮ੍ਰਿਤ ਵੇਲੇ ਆਪ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਫੁੱਲਾਂ ਦਾ ਹਾਰ ਤਿਆਰ ਕਰਨਾ, ਗਲ ਵਿੱਚ ਪਾ ਕੇ ਤੋਰਨਾ, ਮੱਥਾ ਟੇਕਣਾ, ਫਿਰ ਸਮਾਧੀ ਲਾਉਣੀ, ਫਿਰ ਸਮਾਧੀ ਉਥਾਨ ਹੋਣੀ, ਸਾਰੀ ਦਿਹਾੜੀ ਸੰਗਤਾਂ ਦੀ ਸੇਵਾ ਕਰਨੀ ਜੀ। ਸਵਾਸ ਗਰਾਸ ਮਾਂ ਨਾਮ ਜਪਣ ਵਾਲੀ ਹੋਵੇ ਨਾ, ਫਿਰ ਜਾ ਕੇ ਬਾਬਾ ਜ਼ੋਰਾਵਰ ਸਿੰਘ ਜੀ ਵਰਗੇ ਸਾਹਿਬਜ਼ਾਦੇ ਆਉਂਦੇ ਜੇ। ਸਵਾਸ ਸਵਾਸ ਬਾਬਾ ਜ਼ੋਰਾਵਰ ਸਿੰਘ ਜੀ ਦੀ ਮਾਂ ਨਾਮ ਜਪਦੀ ਹੈ, ਤੇ ਉਹ ਮਾਤਾ ਦਾ ਫਿਰ ਆਸ਼ੀਰਵਾਦ ਕੀ ਹੈ? ਬੇਟਾ ਸਭ ਕੁਝ ਭੁੱਲ ਜਾਵੇ, ਤੈਨੂੰ ਤੇਰਾ ਨਿਤਨੇਮ ਨਾ ਭੁੱਲੇ। ਅਰਦਾਸ ਕਰੋ, ਹੇ ਬਾਬਾ ਜ਼ੋਰਾਵਰ ਸਿੰਘ ਜੀ, ਸ਼ਹੀਦ ਸਿੰਘੋ, ਸਾਡੇ ਤੇ ਕਿਰਪਾ ਕਰੋ, ਅਸੀਂ ਨਿਤਨੇਮ ਕਰਿਆ ਕਰੀਏ, ਅਸੀਂ ਨਿਤਨੇਮ ਕਰਿਆ ਕਰੀਏ।
ਅਸੀਂ ਵੀ ਬਾਣੀ ਪੜ੍ਹਿਆ ਕਰੀਏ, ਕਿਉਂਕਿ ਉਹਨਾਂ ਨੇ ਤਸ਼ਹੀਦ ਹੋਣ ਵਾਲੇ ਦਿਨ ਵੀ ਸਾਧ ਸੰਗਤ ਜੀ ਨਿਤਨੇਮ ਪੂਰਾ ਕੀਤਾ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਬੇਟਾ ਸਦਾ ਹੀ ਜਗਦੀਸ਼ ਨੂੰ ਚੇਤੇ ਰੱਖਣਾ। ਤੇ ਬਾਬਾ ਜੋਰਾਵਰ ਸਿੰਘ ਜੀ ਨੇ ਅਖੀਰਲੇ ਸਮੇਂ ਤੱਕ ਚੇਤਾ ਰੱਖਿਆ ਜੀ। ਕਿੱਡੀ ਭਾਗਾਂ ਵਾਲੀ ਰੂਹ, ਅੱਖਾਂ ਖੁੱਲੀਆਂ, ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਾਇਆ ਜੀ। ਦੁਨਿਆਵੀ ਜਨਮ ਹੋਇਆ, ਨੇਤਰ ਖੁੱਲੇ ਆ, ਸਾਹਮਣੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕੀਤੇ ਆ। ਜਨਮ ਲੈਂਦਿਆਂ ਸਾਰ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਮਿਲ ਗਈ ਜੀ। ਤੇ ਅਖੀਰਲੇ ਸਮੇਂ ਤੱਕ ਗੋਬਿੰਦ ਨੂੰ ਚੇਤਾ ਰੱਖਿਆ। ਦਾਦਾ ਜੀ ਦੇ ਮੁਖੋਂ ਜੇ ਗੁਰੂ ਤੇਗ ਬਹਾਦਰ ਜੀ ਦੀ ਕਥਾ ਸੁਣਦੇ ਆ, ਅਖੀਰਲਾ ਸ਼ਬਦ ਕਿਹੜਾ? ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਪੋਤਰਾ ਜੀ ਬਾਬਾ ਜੋਰਾਵਰ ਸਿੰਘ ਜੀ ਨੀਹਾਂ 'ਚ ਖਲੋਤੇ ਆ, ਅਖੀਰਲਾ ਸ਼ਬਦ ਕਿਹੜਾ? ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦੋਂ ਉਹ ਸ਼ਹੀਦ ਹੋਏ ਜੀ, ਅਖੀਰਲਾ ਸ਼ਬਦ ਜਿਹੜਾ ਹੈ ਉਹ ਬਾਣੀ ਦਾ ਸੀਗਾ ਬਾਬਾ ਜੋਰਾਵਰ ਸਿੰਘ ਜੀ ਦੇ। ਸੋ ਇਹ ਪੰਕਤੀਆਂ ਬਾਬਾ ਜੀ ਦੇ ਉੱਤੇ ਢੁੱਕਦੀਆਂ ਨੇ ਕਿ ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਪੁੱਤ ਪਰਮੇਸ਼ਰ ਦੀ ਬੰਦਗੀ ਤੇਰਾ ਭੋਜਨ ਹੋਵੇ। ਬਾਬਾ ਜੀ ਦਾ ਜੀਵਨ ਵੇਖ ਲਈਏ, ਬਾਬਾ ਜੋਰਾਵਰ ਸਿੰਘ ਜੀ ਦਾ ਕਿੰਨਾ ਸਮਾਂ ਆਨੰਦਪੁਰ ਸਾਹਿਬ ਨੂੰ ਜਦੋਂ ਘੇਰਾ ਪਿਆ ਹੈ, ਤੇ ਆਨੰਦਪੁਰ ਸਾਹਿਬ ਦੇ ਘੇਰੇ ਵਿੱਚ ਬਾਬਾ ਜੋਰਾਵਰ ਸਿੰਘ ਜੀ ਵੀ ਤੇ ਘੇਰੇ 'ਚ ਸੀਗੇ। ਕਈ ਵਾਰੀ ਛਕਣਾ ਤੇ ਕਈ ਵਾਰੀ ਨਹੀਂ ਮਿਲਣਾ ਛਕਣ ਨੂੰ। ਹੁਣ ਸਿੰਘ ਭੁੱਖਣ ਭਾਣੇ ਆ ਜੀ, ਆਨੰਦਪੁਰ ਸਾਹਿਬ ਦੇ ਘੇਰੇ ਵਿੱਚ ਸਿੰਘ ਭੁੱਖਣ ਭਾਣੇ ਨੇ। ਤੇ ਗੁਰੂ ਗੋਬਿੰਦ ਸਿੰਘ ਜੀ ਇਹ ਤਾਂ ਨਹੀਂ ਕਰਦੇ ਹੋਣਗੇ ਵੀ ਮੇਰੇ ਪੁੱਤ ਚਾਰ ਜਿਹੜੇ ਆ ਉਹ ਪ੍ਰਸ਼ਾਦਾ ਛਕ ਲੈਣ ਤੇ ਸਿੰਘ ਭੁੱਖੇ ਰਹਿ ਲੈਣ। ਨਹੀਂ ਗੁਰਮੁਖੋ, ਗੁਰੂ ਦੀ ਥਿਊਰੀ ਨਹੀਂ ਸੀਗੀ ਇਹ। ਸਾਹਿਬਜ਼ਾਦੇ ਵੀ ਨਾਲ ਹੀ ਨੇ ਭੁੱਖਣ ਭਾਣੇ। ਤੇ ਜਦੋਂ ਵਿਛੋੜਾ ਪੈ ਗਿਆ ਤੇ ਕਈ ਦਿਨਾਂ ਬਾਅਦ, ਕਈ ਮਹੀਨਿਆਂ ਬਾਅਦ ਹੀ ਆਪਾਂ ਕਹਿ ਸਕਦੇ ਹਾਂ ਵੀ ਪ੍ਰਸ਼ਾਦਾ ਛਕਣ ਨੂੰ ਮਿਲਿਆ ਹੋਏਗਾ ਬਾਬਾ ਜੋਰਾਵਰ ਸਿੰਘ ਜੀ ਨੂੰ। ਤੇ ਫਿਰ ਠੰਡੇ ਬੁਰਜ ਦੀ ਠੰਡ, ਤੇ ਫਿਰ ਜਾ ਕੇ ਦੁੱਧ ਪੀਣ ਨੂੰ ਮਿਲਿਆ। ਮੋਤੀ ਰਾਮ ਮਹਿਰੇ ਨੇ ਦੁੱਧ ਪਿਆਤਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ। ਤੇ ਜਿਹੜਾ ਇੰਨਾ ਲੰਮਾ ਸਮਾਂ ਕੁਝ ਛਕਿਆ ਨਹੀਂ, ਉਹ ਕੀ ਸੀ? ਉਹ ਸੀ ਨਿਤਨੇਮ ਦਾ ਅਸਰ, ਉਹ ਸੀ ਬਾਣੀ ਦਾ ਅਸਰ। ਬਾਣੀ ਸਾਧ ਸੰਗਤ ਜੀ ਅੰਦਰ ਇੰਨੀ ਪ੍ਰੇਮ ਨਾਲ ਪੜ੍ਹਦੇ ਸੀ, ਉਹ ਹੀ ਨਹੀਂ ਸੀ ਭੁੱਖ ਲੱਗਣ ਦਿੰਦੀ। ਮਹਾਰਾਜ ਦੀ ਕਲਾ ਹੀ ਇਸ ਤਰ੍ਹਾਂ ਦੀ ਵਰਤਦੀ ਸੀ। ਕਾਪੜ ਪਤ ਪਰਮੇਸ਼ਰ ਰਾਖੀ। ਪੁੱਤ ਤੇਰੇ ਕੱਪੜੇ ਗੁਰੂ ਦਾ ਬਖਸ਼ਿਆ ਬਾਣਾ ਹੋ ਜਾਵੇ। ਸਤਿਗੁਰੂ ਦਾ ਬਖਸ਼ਿਆ ਬਾਣਾ ਤੇਰਾ ਲਿਬਾਸ ਹੋਵੇ। ਤੇ ਬਾਬਾ ਜੋਰਾਵਰ ਸਿੰਘ ਜੀ ਦਾ ਬਾਣਾ, ਬਸਤਰ, ਸਭ ਕੁਝ ਇਨ ਬਿਨ ਗੁਰੂ ਘਰ ਦੀ ਮਰਿਆਦਾ ਦੇ ਅਨੁਕੂਲ ਹੈ ਜੀ। ਇਸ ਕਰਕੇ ਮਹਾਨ ਤਪੀਸ਼ਰ, ਮਹਾਨ ਬ੍ਰਹਮ ਗਿਆਨੀ, ਮਹਾਨ ਯੋਧੇ, ਮਹਾਨ ਨਿਰਭਉ ਤੇ ਨਿਰਵੈਰ ਯੋਧੇ, ਮਹਾਨ ਦਲੇਰ ਆਤਮਾ, ਜਿਨ੍ਹਾਂ ਵਾਸਤੇ ਜਿੰਨੇ ਸ਼ਬਦ ਵਰਤੇ ਜਾਣ ਸਾਧ ਸੰਗਤ ਜੀ ਓਨੇ ਹੀ ਥੋੜੇ ਹੈ, ਓਨੇ ਹੀ ਥੋੜੇ ਹੈ। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਉਹਨਾਂ ਦੇ
ਜਨਮ ਦਿਨ ਦੀਆਂ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਵਧਾਈਆਂ ਹੋਣ, ਵਧਾਈਆਂ ਹੋਣ। ਆਪਣੇ ਆਪ ਨੂੰ ਹਲੂਣਾ ਵੀ ਦੇਣਾ ਜੀ। ਆਪਣੇ ਆਪ ਨੂੰ ਇਹ ਹਲੂਣਾ ਦੇਣਾ ਕਿ ਮਨਾ ਅਸੀਂ ਵੀ ਉਹੋ ਜਿਹੇ ਬਣਨ ਦਾ ਯਤਨ ਕਰੀਏ। ਇੱਕੋ ਹੀ ਅੱਜ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਨ ਹੈ ਤੇ ਬਾਬਾ ਜ਼ੋਰਾਵਰ ਸਿੰਘ ਸ਼ਹੀਦ ਨੇ ਜੀ, ਸ਼ਹੀਦ ਨੇ। ਸ਼ਹੀਦ ਬਾਰੇ ਮੈਂ ਬੇਨਤੀ ਕਰਦੇ ਹਾਂ, ਜਿੰਨਾ ਚਿਰ ਤੱਕ ਇੱਕ ਸ਼ਹੀਦ ਸਿੱਖ ਆਪਣੇ ਸਰੀਰ 'ਚ ਹੁੰਦਾ ਹੈ ਨਾ, ਉਹਦੀ ਸ਼ਕਤੀ ਸੀਮਤ ਹੁੰਦੀ ਹੈ ਜੀ, ਉਹਦੀ ਸ਼ਕਤੀ ਸੀਮਤ ਹੈ। ਪਰ ਜਦੋਂ ਉਹ ਸ਼ਹੀਦ ਹੋ ਗਿਆ ਤੇ ਸ਼ਹੀਦ ਦਾ ਰੁਤਬਾ ਭਗਤਾਂ ਤੋਂ ਵੀ ਵੱਡਾ ਸਾਧ ਸੰਗਤ ਜੀ। ਸ਼ਹੀਦ ਬਹੁਤ ਵੱਡੀ ਗੱਲ ਹੈ। ਸ਼ਹੀਦ ਫਿਰ ਇੱਕੋ ਸਮੇਂ ਬੇਅੰਤ ਥਾਵਾਂ ਤੇ ਵਿਚਰ ਸਕਦਾ ਹੈ। ਸ਼ਹੀਦ ਦੀ ਸ਼ਕਤੀ ਜਿਹੜੀ ਹੈ ਉਹ ਪਰਮੇਸ਼ਰ ਵਾਂਗੂ ਸਰਬ ਵਿਆਪੀ ਹੋ ਜਾਂਦੀ ਹੈ, ਸਰਬ ਵਿਆਪੀ ਹੋ ਜਾਂਦੀ ਹੈ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਜੀ। ਬਾਬਾ ਜ਼ੋਰਾਵਰ ਸਿੰਘ ਜੀ, ਸਾਡੇ ਤੇ ਕਿਰਪਾ ਕਰੋ। ਅੱਜ ਤੁਹਾਡਾ ਜਨਮ ਦਿਹਾੜਾ ਸਿੱਖ ਸੰਗਤਾਂ ਮਨਾ ਰਹੀਆਂ ਨੇ, ਸਾਡੇ ਤੇ ਕਿਰਪਾ ਕਰੋ। ਤੁਸੀਂ ਅਖੀਰਲੇ ਸਵਾਸ ਤੱਕ ਨਿਤਨੇਮ ਨਹੀਂ ਵਿਸਰਨ ਦਿੱਤਾ। ਅਸੀਂ ਵੀ ਅਖੀਰਲੇ ਸਵਾਸ ਤੱਕ, ਜਿਸ ਦਿਨ ਸਰੀਰ ਵੀ ਛੁੱਟਣਾ ਸਾਡਾ, ਉਸ ਦਿਨ ਅਸੀਂ ਵੀ ਆਪਣਾ ਨਿਤਨੇਮ ਕੀਤਾ ਹੋਵੇ, ਨਿਤਨੇਮ ਕੀਤਾ ਹੋਵੇ। ਜਾਗਰੂਕ ਸਿੰਘ ਜਿਹੜੇ ਨਾ, ਕਈ ਬੜੇ ਬੜੇ ਜੀਵਨ ਵਾਲੇ ਸਿੰਘ ਵੀ ਹੁੰਦੇ ਆ। ਇੱਥੇ ਭਗਤਨਪੁਰੇ ਭਾਈ ਹੀਰਾ ਸਿੰਘ ਸੀਗੇ ਜੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿੱਚ ਸੇਵਾ ਕਰਦੇ ਹੁੰਦੇ ਸੀ। ਮਹਾਰਾਜ ਜੀ ਦਾ ਸਰੂਪ ਸਾਰਾ ਹੀ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਆਪਣੇ ਹੱਥਾਂ ਨਾਲ ਲਿਖਿਆ ਜੀ ਉਹਨਾਂ ਨੇ। ਮਿਸਤਰੀ ਸਨ, ਰਾਜ ਮਿਸਤਰੀ। ਦਿਨੇ ਕਿਰਤ ਕਰਨੀ ਤੇ ਆਪਣੇ ਨਗਰ 'ਚ ਗੁਰਦੁਆਰਾ ਬਣਾਇਆ ਜੀ ਉਹਨਾਂ। ਫਿਰ ਸ਼ਾਮੀ ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰਨੀ, ਰਹਿਰਾਸ ਸਾਹਿਬ, ਸੁਖਾਸਨ। ਤੇ ਘਰ ਆ ਕੇ ਸਟੈਂਡ ਬਣਾਇਆ ਸੀ, ਉੱਥੇ ਫਿਰ ਖਲੋ ਕੇ ਰੋਜ਼ 2 ਘੰਟੇ ਲਾਉਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣਾ ਜੀ। ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਹੋਣਾ, ਉਹਨਾਂ ਦੀ ਡਿਊਟੀ ਲਾਈ ਸੀ ਵੀ ਮਹਾਰਾਜ ਜੀ ਦਾ ਸਰੂਪ ਆਪ ਲਿਖੋ। ਪੁਰਾਤਨ ਸਮੇਂ ਸਿੰਘ ਲਿਖਦੇ ਰਹੇ ਜੀ। ਉਹਨਾਂ ਨੇ ਸਰੂਪ ਵੀ ਲਿਖਿਆ। ਫਿਰ ਅੰਮ੍ਰਿਤ ਵੇਲੇ ਗੁਰਦੁਆਰੇ ਜਾ ਕੇ ਪ੍ਰਕਾਸ਼ ਕਰਨਾ, ਉੱਥੇ ਸੇਵਾ ਕਰਕੇ ਫਿਰ ਤਿਆਰ ਹੋ ਕੇ ਆਪਣੀ ਨੌਕਰੀ ਕਰਨੀ, ਜੋ ਉਹਨਾਂ ਦਾ ਪੇਸ਼ਾ ਸੀ। ਤੇ ਉਹਨਾਂ ਦੀ ਨਿਤਨੇਮ ਕੰਠ ਕਰਨ ਦੇ ਜੀ, ਨਿਤਨੇਮ ਕੰਠ ਕਰਨ ਦੇ। ਤੇ ਸਿੰਘ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਨਿਤਨੇਮ ਕੰਠ ਕਰ ਰਹੇ ਤੇ ਜਾਪ ਸਾਹਿਬ, ਵੀ ਕੀ ਗੱਲ? ਕਹਿਣ ਲੱਗੇ ਵੀ ਜੇ ਸਰੀਰ ਰਹਿੰਦਿਆਂ ਰਹਿੰਦਿਆਂ ਅੱਖਾਂ ਦੀ ਜੋਤ ਚਲੇਗੀ, ਤੇ ਅੱਖਾਂ ਦੀ ਜੋਤ ਚਲੇਗੀ ਤੇ ਫਿਰ ਮੈਂ ਨਿਤਨੇਮ ਕਿਵੇਂ ਕਰਾਂਗਾ? ਇਸ ਕਰਕੇ ਮੈਂ ਕਿਹਾ ਜ਼ਬਾਨੀ ਕੰਠ ਹੀ ਕਰ ਲਈਏ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਜ਼ਬਾਨੀ ਕੰਠ ਕਰ ਲਈਏ। ਫਿਰ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੁੰਦਾ ਸੀ, ਜਿੰਨਾ ਮਰਜ਼ੀ ਜ਼ਰੂਰੀ ਕੰਮ, ਨਿਤਨੇਮ 5 ਬਾਣੀਆਂ ਕਰਨ ਤੋਂ ਬਗੈਰ ਘਰੋਂ ਨਹੀਂ ਸੀ ਬਾਹਰ ਜਾਂਦੇ। ਗਗਨ ਸਿੰਘ ਉਹਨਾਂ ਦੇ ਨਾਲ ਰਿਹਾ ਸੀ, ਤਾਂ ਉਹ ਇੱਕ ਦਿਨ ਕਹਿਣ ਲੱਗਾ ਵੀ ਛੇਤੀ ਚਲੀਓ। ਕਹਿੰਦੇ ਚੁੱਪ ਕਰਕੇ ਬਹਿ ਜਾ, ਪਹਿਲਾਂ ਨਿਤਨੇਮ ਕਰ ਲੈਂਦੇ, ਰਸਤੇ 'ਚ ਕੁਝ ਹੋ ਗਿਆ ਤੇ ਨਿਤਨੇਮ ਤੇ ਫਿਰ ਰਹਿ ਗਿਆ ਨਾ ਅੱਜ ਦਾ। ਨਿਤਨੇਮ ਤੋਂ ਬਗੈਰ ਹੀ ਕਿਵੇਂ ਸੱਚਖੰਡ ਜਾਵਾਂਗਾ? ਜਿਸ ਦਿਨ ਸਰੀਰ ਤਿਆਗਿਆ, ਸਾਧ ਸੰਗਤ ਜੀ ਉਹਨਾਂ ਨੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ ਤੇ ਗੁਰਦੁਆਰਾ ਸਾਹਿਬ ਉਹਨਾਂ ਦਾ ਬੇਟਾ ਸੇਵਾ ਕਰਨ ਗਿਆ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, 5 ਬਾਣੀਆਂ ਦਾ ਪਾਠ ਕੀਤਾ। ਪੱਗ ਬਿਨਾਂ ਸ਼ੀਸ਼ੇ ਤੋਂ ਬੰਨ੍ਹਦੇ ਹੁੰਦੇ ਸੀਗੇ। ਆਪਣੀ ਪੱਗ ਬੰਨ੍ਹੀ ਉਹਨਾਂ ਨੇ, ਦਸਤਾਰ ਸਜਾਈ ਤੇ ਬਸ ਮਾੜੀ ਜਿਹੀ ਦਰਦ ਹੋਈ, ਹੌਸਪੀਟਲ ਲੈ ਕੇ ਚੱਲੇ ਤੇ ਸਰੀਰ ਤਿਆਗਤਾ ਜੀ। ਪਰ
ਜਿਸ ਦਿਨ ਸਰੀਰ ਤਿਆਗਿਆ ਉਹਨਾਂ ਆਪਣੀਆਂ 5 ਬਾਣੀਆਂ ਦਾ ਨਿਤਨੇਮ ਕਰ ਲਿਆ ਸੀਗਾ ਜੀ। ਉਹਨਾਂ ਨੂੰ ਇਹੋ ਹੀ ਟੈਨਸ਼ਨ ਹੁੰਦੀ ਸੀਗੀ ਵੀ ਮੈਂ ਨਿਤਨੇਮ ਕੀਤਾ ਹੋਵੇ। ਬੜੇ ਬੜੇ ਪੱਕੇ ਸਿੱਖ ਨੇ, ਪੱਕੇ ਸਿੰਘ ਹੈ, ਨਿਜਮੀ ਸਿੰਘ ਨੇ। ਇਸ ਕਰਕੇ ਅੱਜ ਆਪਾਂ ਸਾਰਿਆਂ ਨੇ ਬਾਬਾ ਜੀ ਕੋ ਦਾਤ ਮੰਗਣੀ ਹੈ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਸ਼ਹੀਦ ਸਿੰਘੋ, ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ। ਅਸੀਂ ਸਭ ਕੁਝ ਭਾਵੇਂ ਵਿਸਰ ਜਾਈਏ, ਅਸੀਂ ਆਪਣਾ ਨਿਤਨੇਮ ਨਾ ਵਿਸਰੀਏ। ਉਹ ਇੱਕ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਕੋਲ ਆਇਆ। ਬੜਾ ਦਾਨੀ ਸੀਗਾ ਉਹ ਸਿੰਘ। ਕਹਿਣ ਲੱਗੇ ਜੀ ਇਹਦੀ ਦਾਨ ਦੀ ਬੜੀ ਰੁਚੀ। ਉਹ ਕਹਿੰਦੇ ਨਿਤਨੇਮ ਕਿੰਨਾ ਕਰਦਾ ਹੁੰਦਾ? ਉਹ ਫਿਰ ਹੋਰ ਗੱਲਾਂ ਕਰਨ ਲੱਗਾ। ਮਹਾਂਪੁਰਖ ਕਹਿੰਦੇ ਨਹੀਂ, ਨਿਤਨੇਮ ਕਿੰਨਾ ਕਰਦਾ ਹੁੰਦਾ? ਉਹ ਫਿਰ ਗੱਲ ਘੁਮਾਤੀ ਜੀ ਉਹਨੇ। ਸੰਤ ਕਹਿੰਦੇ ਨਿਤਨੇਮ ਕਿੰਨਾ ਕਰਦਾ ਹੁੰਦਾ? ਕਹਿੰਦਾ ਜੀ ਨਹੀਂ, ਨਿਤਨੇਮ ਤੇ ਨਹੀਂ ਕਰਦਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਸੰਤ ਕਹਿੰਦੇ ਫਿਰ ਜੋ ਮਰਜ਼ੀ ਕਰੀ ਜਾ, ਕੋਈ ਫਾਇਦਾ ਨਹੀਂ। ਕਹਿੰਦਾ ਜੀ ਦੱਸੋ ਕੀ ਕਰਾਂ? ਕਹਿੰਦੇ ਘੱਟੋ ਘੱਟ ਜਪਜੀ ਸਾਹਿਬ ਦਾ ਤੇ ਪਾਠ ਕਰਿਆ ਕਰ। ਘੱਟੋ ਘੱਟ ਜਪਜੀ ਸਾਹਿਬ ਦਾ ਤੇ ਕਰਿਆ ਕਰ। ਜੇ ਅੰਮ੍ਰਿਤ ਛਕ ਲਿਆ ਤੇ 5 ਬਾਣੀਆਂ ਵੀ ਕਰਿਆ ਕਰ। 5 ਬਾਣੀਆਂ ਵੀ ਕਰਿਆ ਕਰ। ਮਹਾਂਪੁਰਖਾਂ ਨੇ ਉਹਨੂੰ ਉਪਦੇਸ਼ ਦਿੱਤਾ ਜੀ। ਨਿਤਨੇਮ ਇੰਨਾ ਜ਼ਰੂਰੀ ਹੈ। ਤੇ ਬਾਬਾ ਜੀ ਦੇ ਜੀਵਨ ਤੋਂ ਸਿੱਖਿਆਵਾਂ ਤੇ ਬੜੀਆਂ ਨੇ, ਪਰ ਇੱਕ ਹੀ ਸਿੱਖਿਆ ਲੈ ਲਈਏ ਜੀਵਨ ਬਦਲ ਜੇ। ਇੱਕ ਹੀ ਸਿੱਖਿਆ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਤੇ ਅਰਦਾਸ ਕਰੋ ਮੇਰਾ ਵੀ ਨਿਤਨੇਮ ਪੱਕਾ ਹੋਵੇ, ਤੁਹਾਡਾ ਵੀ ਹੋਵੇ। ਨਿਤਨੇਮ ਪੱਕਾ ਹੋਵੇ। ਮਹਾਰਾਜ ਨੇ ਨਿਤ ਦਾ ਨਿਯਮ ਦਿੱਤਾ ਨਾ। ਤੇ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦਾ ਬਚਨ ਗੁਰਮੁਖ ਪਿਆਰੇ ਦੱਸ ਰਹੇ ਸੀ। ਉਹ ਕਹਿੰਦੇ ਭਾਈ 5 ਬਾਣੀਆਂ ਇਹ ਗੁਰੂ ਦਾ ਹੁਕਮ ਹੈ, ਇਹ ਜ਼ਰੂਰੀ ਹੈ। ਵਾਹਿਗੁਰੂ 5 ਬਾਣੀਆਂ ਸਤਿਗੁਰੂ ਸਾਹਿਬ ਦਾ ਹੁਕਮ ਹੈ ਤੇ ਸਿਮਰਨ ਜ਼ਰੂਰੀ ਹੈ। ਹੁਕਮ ਵੀ ਮੰਨਣਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਮਹਾਰਾਜ ਮੈਨੂੰ ਵੀ ਨਿਤਨੇਮ ਦੀ ਦਾਤ ਬਖਸ਼ਣ, ਮਹਾਰਾਜ ਤੁਹਾਨੂੰ ਵੀ ਬਖਸ਼ਣ। ਤੁਸੀਂ ਵੇਖਿਓ ਨਿਤਨੇਮ ਦੀ ਇੰਨੀ ਵੱਡੀ ਬਰਕਤ ਹੈ, ਇੰਨੀ ਵੱਡੀ ਬਰਕਤ ਹੈ। ਜਿਸ ਦਿਨ ਸਵੇਰੇ ਉੱਠ ਕੇ ਤੁਸੀਂ ਪ੍ਰੇਮ ਨਾਲ ਆਪਣਾ ਨਿਤਨੇਮ ਪੂਰਾ ਕਰ ਲਿਆ ਨਾ, ਸਵੇਰੇ ਉੱਠ ਕੇ ਪ੍ਰੇਮ ਨਾਲ ਤੁਸੀਂ ਆਪਣਾ 5 ਬਾਣੀਆਂ ਦਾ ਨਿਤਨੇਮ ਤੁਹਾਡਾ ਪੂਰਾ ਹੋ ਗਿਆ, ਤੁਸੀਂ ਵੇਖਿਓ ਸਾਰੀ ਦਿਹਾੜੀ ਆਨੰਦ ਹੀ ਵੱਖਰਾ ਬਣਿਆ ਰਹੇਗਾ ਜੀ। ਆਨੰਦ ਹੀ ਵੱਖਰਾ ਬਣਿਆ ਰਹੇਗਾ। ਜੇ ਕਿਤੇ ਨਿਤਨੇਮ 'ਚ ਸੁਰਤ ਜੁੜ ਜੇ ਤੇ ਹੋਰ ਵਧੀਆ ਜੀ। ਸ਼ਾਮ ਦੀ ਸੋਧਰ ਬਾਬਾ ਜ਼ੋਰਾਵਰ ਸਿੰਘ ਹੋਣਾ ਤੇ ਠੰਡੇ ਬੁਰਜ 'ਚ ਵੀ ਸੋਧਰ ਦਾ ਪਾਠ ਕੀਤਾ ਜੀ। ਠੰਡੇ ਬੁਰਜ ਵਿੱਚ ਵੀ ਸੋਧਰ ਦਾ ਪਾਠ ਕੀਤਾ। ਕਿਉਂ ਕੀਤਾ? ਇਹ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਬੋਲ ਨੇ। ਉਹ ਕਹਿੰਦੇ ਸੀ ਬੜਾ ਜਪੀ ਤਪੀ ਸਵਾਸ ਸਵਾਸ ਨਾਮ ਜਪਣ ਵਾਲਾ ਵੀ ਹੋਵੇ, ਪਰ ਜੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਨਹੀਂ ਕਰਦਾ ਤੇ ਜਦੋਂ ਸੱਚਖੰਡ ਵਿੱਚ ਵੀ ਜਾਂਦਾ ਹੈ ਨਾ ਤੇ ਰਹਿਰਾਸ ਸਾਹਿਬ ਦਾ ਸਮਾਂ ਹੋਵੇ ਤਾਂ ਉਹਨੂੰ ਸੱਚਖੰਡ ਚੋਂ ਕੱਢ ਦਿੰਦੇ ਹੈ। ਵੀ ਜਿੰਨਾ ਚਿਰ ਰਹਿਰਾਸ ਸਾਹਿਬ ਦਾ ਸਮਾਂ ਪੂਰਾ ਨਹੀਂ ਹੋ ਜਾਂਦਾ ਉਹਨਾਂ ਚਿਰ ਤੱਕ ਤੂੰ ਸੱਚਖੰਡ ਚੋਂ ਬਾਹਰ ਹੀ ਰਹਿਣਾ ਹੈ। ਕਿਉਂ? ਕਿਉਂਕਿ ਉਹਨੂੰ ਜਦੋਂ ਸਰੀਰ ਮਿਲਿਆ ਉਦੋਂ ਉਹ ਰਹਿਰਾਸ ਨਹੀਂ ਕਰਦਾ ਰਿਹਾ। ਇਸ ਕਰਕੇ ਬਾਬਿਆਂ ਦੀਆਂ ਵੱਡੀਆਂ ਸਿੱਖਿਆਵਾਂ, ਵੱਡੀਆਂ ਸਿੱਖਿਆਵਾਂ। ਕਈ ਬੰਦੇ ਧਰਮ ਦੀਆਂ ਚੰਗੇ ਵੀ ਬੜੇ ਹੁੰਦੇ ਆ ਤੇ ਧਰਮ ਦੀਆਂ ਗੱਲਾਂ ਵੀ ਬੜੀਆਂ ਕਰਦੇ ਜੀ। ਮੈਂ ਵੇਖਿਆ ਜੀ ਇੱਕ ਬੰਦਾ ਬੜਾ ਵਧੀਆ ਸੁਭਾਅ ਦਾ, ਧਰਮ ਦੀਆਂ ਗੱਲਾਂ ਵੀ ਬੜੀਆਂ ਕਰਿਆ ਕਰੇ। ਤੇ ਮੈਂ ਉਹਨਾਂ ਦੇ ਘਰਦਿਆਂ ਨੂੰ ਪੁੱਛ ਲਿਆ ਵੀ ਇਹ ਨਿਤਨੇਮ ਕਿੰਨਾ ਕਰਦੇ ਹੁੰਦੇ ਆ? ਉਹ ਕਹਿਣ ਲੱਗੀ ਭਾਈ ਜੀ ਇਹ ਸਭ ਤੁਹਾਡੇ ਅੱਗੇ ਹੀ ਗੱਲਾਂ ਕਰਦੇ ਤੇ ਘਰ ਤੇ ਕਦੀ ਜਪਜੀ ਸਾਹਿਬ ਵੀ ਨਹੀਂ ਕੀਤਾ ਬਹਿ ਕੇ। ਇਹ ਨਹੀਂ ਗੁਟਕਾ ਸਾਹਿਬ ਫੜਦੇ, ਇਹ ਨਹੀਂ ਜਪਜੀ ਸਾਹਿਬ ਕਰਦੇ ਘਰ। ਨਾ ਭਾਈ, ਉਦੋਂ ਗੱਲ ਬਣਨੀ ਹੈ
ਉਦੋਂ ਦ੍ਰਿੜਤਾ ਆਉਣੀ ਹੈ, ਉਦੋਂ ਜ਼ਿੰਦਗੀ ਦਾ ਆਨੰਦ ਹੋਰ ਹੋਣਾ ਹੈ, ਜਦੋਂ ਨਿਤਨੇਮ ਜੀਵਨ ਵਿੱਚ ਆ ਗਿਆ। ਸੋ ਬਾਬਾ ਜੀ ਦੇ ਜੀਵਨ ਤੋਂ ਵੱਡੀ ਸਿੱਖਿਆ ਆਪਾਂ ਇਹ ਲੈਣੀ ਹੈ। ਅਰਦਾਸ ਕਰੋ, ਮਹਾਰਾਜ ਮਿਹਰ ਕਰ ਦਿਓ, ਕਿਰਪਾ ਕਰ ਦਿਓ। ਜਿਸ ਦਿਨ ਤੁਹਾਨੂੰ ਹਉਮੈ ਆ ਗਈ, ਨਿਤਨੇਮ ਕਰ ਲਿਆ ਤੇ ਹਉਮੈ ਆ ਗਈ, ਅਗਲੇ ਦਿਨ ਨਿਤਨੇਮ ਨਹੀਂ ਹੋ ਸਕਦਾ। ਇਹ ਬੜਾ ਸੂਖਮ ਰਸਤਾ ਸੰਗਤ ਜੀ। ਅਗਲੇ ਦਿਨ ਨਿਤਨੇਮ ਨਹੀਂ ਹੋ ਸਕਦਾ। ਤੁਸੀਂ ਚਾਹੋਗੇ ਵੀ ਕਰੀਏ, ਕੋਈ ਨਾ ਕੋਈ ਵਿਘਨ ਇਹੋ ਜਿਹਾ ਪੈ ਜਾਏਗਾ, ਉਹ ਛੁੱਟੀ ਹੋ ਜਾਏਗੀ। ਵਿਘਨ ਇਹੋ ਜਿਹਾ ਪੈ ਜਾਂਦਾ। ਕਰਨਾ ਵੀ ਹੈ ਤੇ ਕਰਦਿਆਂ ਕਰਦਿਆਂ ਅਰਦਾਸ ਵੀ ਕਰਨੀ। ਜੇ ਅੱਜ ਕਰਾ ਲਿਆ, ਮਹਾਰਾਜ ਤੁਸਾਂ ਹੀ ਕਰਾਇਆ, ਕਿਰਪਾ ਕਰਿਓ ਹੁਣ ਕੱਲ ਵੀ ਕਰਾ ਲਿਓ, ਕੱਲ ਵੀ ਕਰਾ ਲਿਓ। ਸਤਿਗੁਰੂ ਮਿਹਰ ਕਰਨ, ਬਖਸ਼ਿਸ਼ ਕਰਨ। ਬਹੁਤ ਬਹੁਤ ਵਧਾਈਆਂ। ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ, ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ। ਸ੍ਰੀ ਮਾਤਾ ਜੀਤੋ ਸਾਹਿਬ ਜੀ ਸਿਰ ਤੇ ਹੱਥ ਰੱਖ ਕੇ ਆਪਣੇ ਪੁੱਤਰ ਬਾਬਾ ਜੀ, ਬਾਬਾ ਜੋਰਾਵਰ ਸਿੰਘ ਜੀ ਨੂੰ ਆਸ਼ੀਰਵਾਦ ਦੇ ਰਹੇ ਨੇ। ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ, ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ। ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ, ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ। ਨਿਮਖ ਨ ਬਿਸਰੋ ਤੁਮਕੋ ਹਰ ਹਰ, ਨਿਮਖ ਨ ਬਿਸਰੋ ਤੁਮਕੋ ਹਰ ਹਰ, ਨਿਮਖ ਨ ਬਿਸਰੋ ਤੁਮਕੋ ਹਰ ਹਰ, ਨਿਮਖ ਨ ਬਿਸਰੋ ਤੁਮਕੋ ਹਰ ਹਰ। ਸਦਾ ਭਜੋ ਜਗਦੀਸ਼, ਸਦਾ ਭਜੋ ਜਗਦੀਸ਼, ਸਦਾ ਭਜੋ ਜਗਦੀਸ਼, ਸਦਾ ਭਜੋ ਜਗਦੀਸ਼। ਸਦਾ ਭਜੋ ਜਗਦੀਸ਼, ਸਦਾ ਭਜੋ ਜਗਦੀਸ਼, ਸਦਾ ਭਜੋ ਜਗਦੀਸ਼, ਸਦਾ ਭਜੋ ਜਗਦੀਸ਼। ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ, ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ। ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ, ਮਾਤਾ ਕੀ ਆਸੀਸ ਪੂਤਾ, ਮਾਤਾ ਕੀ ਆਸੀਸ। ਪਿਤਾ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਾਤਾ ਜੀ ਧੰਨ ਧੰਨ ਮਾਤਾ ਜੀਤੋ ਜੀ, ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ। ਮਹਾਰਾਜ ਜੀ ਨੂੰ ਵੀ ਵਧਾਈਆਂ ਦੇਣੀਆਂ ਨਾ ਜੀ। ਆਪਾਂ ਉਹਨਾਂ ਦੇ ਪੁੱਤਰ ਦਾ ਜਨਮ ਦਿਨ, ਮਾਂ ਪਿਓ ਨੂੰ ਵਧਾਈਆਂ ਦੇਈਦੀਆਂ ਹੀ ਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਕੀਆਂ ਸੰਗਤਾਂ ਨੂੰ ਵਧਾਈਆਂ। ਇਹੋ ਜਿਹੇ ਲੈਕ ਪੁੱਤਾਂ ਦੀਆਂ ਤੇ ਵਧਾਈਆਂ ਦੇਣੀਆਂ ਚਾਹੀਦੀਆਂ ਜੀ। ਬਾਬਾ ਜੀ ਨੇ ਕਿਹਾ ਸੀ ਨਾ ਮਾਤਾ ਜੀਤੋ ਜੀ ਨੂੰ, ਜਦੋਂ ਪਹਿਲੇ ਦਿਨੋਂ ਕਚਹਿਰੀ ਵਿੱਚ ਐਨ ਨਿਰਉੱਤਰ ਕਰਕੇ ਉਹਨਾਂ ਨੂੰ ਆਏ, ਤੇ ਜਿਵੇਂ ਬੱਚਾ ਪਾਸ ਹੋਵੇ, ਫਸਟ ਆਵੇ ਤੇ ਬਸਤਾ ਪਵਾ ਕੇ ਮਾਂ ਨੂੰ ਦੱਸਦਾ, ਉਵੇਂ ਆ ਕੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਹਿੰਦੇ, ਮਾਂ ਜੀ ਤੁਹਾਡੇ ਪੁੱਤਰ ਦੀ ਪੱਗ ਨੂੰ ਹੋਰ ਉੱਚੀਆਂ ਕਰਕੇ ਆਏ ਆ। ਲੈਕ ਪੁੱਤ ਨੇ ਨਾ ਫਿਰ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਲਾਇਕ ਪੁੱਤਰ ਨੇ। ਤੇ ਲਾਇਕ ਪੁੱਤਰਾਂ ਦੇ ਜਨਮ ਦਿਨ ਤੇ ਵਧਾਈਆਂ ਬਣਦੀਆਂ ਹੀ ਨੇ ਜੀ ਫਿਰ ਜੀ। ਹਾਂਜੀ, ਜਿਹੜਾ ਲਾਇਕ ਹੋਵੇ ਨਾ ਤੇ ਲੋਕ ਵੇਖ ਕੇ ਕਹਿੰਦੇ ਇਹੋ ਜਿਹੇ ਬੱਚੇ ਤੇ ਘਰ ਘਰ ਪੈਦਾ ਹੋਣ। ਜਿਹੜੇ ਲਾਇਕ ਹੁੰਦੇ ਆ, ਸਪੂਤ ਹੁੰਦੇ ਆ, ਤੇ ਬਾਬਿਆਂ ਤੋਂ ਵੱਡਾ ਸਪੂਤ ਕੌਣ ਹੋਏਗਾ ਜੀ।
ਸਾਰਿਆਂ ਨੂੰ ਵਧਾਈਆਂ ਹੋਣ। ਗੁਰੂ ਜੀ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।